वाहिगुरु जी का खालसा वाहिगुरु जी की फतेह। गुरु प्यारे गुरु सवारी साध संगत आप जुड़ चुके हो इस शाम की ऑनलाइन गुरमत क्लास विच, जिस विच आपां धन सतगुरु श्री गुरु अर्जन देव जी महाराज जी की पावन बाणी श्री सुखमनी साहब की संथिया ते विचार हर रोज़ शाम ਨੂੰ ਕਰਦੇ ਹਾਂ। सतगुरां की अपार दया होई है आपां इस बाणी दीयां 11 अष्टपदियां ਸਮੇਤ ਸਲੋਕਾਂ ਦੇ ਵਿਚਾਰ ਚੁੱਕੇ ਹਾਂ। ਅੱਜ ਆਪਾਂ ਜੋ 12ਵੀਂ ਅਸ਼ਟਪਦੀ ਦੇ ਨਾਲ ਦਾ ਸਲੋਕ ਹੈ ਇੱਥੋਂ ਸੰਥਿਆ ਤੇ ਵਿਚਾਰ ਆਰੰਭ ਕਰਨੀ ਹੈ। ਆਪ ਜਿੰਨੇ ਵੀ ਜੁੜ ਚੁੱਕੇ ਹੋ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਿਆਨ ਧਰ ਕੇ ਇਸ ਪਾਵਨ ਬਾਣੀ ਦੀ ਆਪਾਂ ਜਿਹੜੀ ਸੰਥਿਆ ਹੈ ਉਹ ਆਰੰਭ ਕਰੀਏ। ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਆ। ਸ਼ਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸਾਧ ਸੰਗਤ। ਇਸ ਪਾਵਨ ਸ਼ਲੋਕ ਦੇ ਨਾਲ ਇੱਕ ਬੜੀ ਸੁੰਦਰ ਤੇ ਬੜੀ ਪਿਆਰੀ ਗਾਥਾ ਸਤਿਗੁਰਾਂ ਦੀ ਜੁੜਦੀ ਹੈ। ਜੋ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਸਤਿਗੁਰੂ ਜਦੋਂ ਇਹ ਸ਼ਲੋਕ ਉਚਾਰਨ ਕੀਤਾ ਮਹਾਰਾਜ ਨੇ, ਉਸ ਸਮੇਂ ਦੀ ਇੱਕ ਬੜੀ ਸੋਹਣੀ ਗਾਥਾ ਜੁੜਦੀ ਹੈ। ਕਹਿੰਦੇ ਕਿ ਸਤਿਗੁਰਾਂ ਦੇ ਕੋਲ ਇੱਕ ਸਿੱਖ ਆਇਆ ਹੈ। ਉਹਨੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ, ਮਹਾਰਾਜ ਮੈਂ ਸਿੱਖ ਬਣਨਾ, ਮੈਂ ਤੁਹਾਡਾ ਸਿੱਖ ਬਣਨਾ। ਸਤਿਗੁਰੂ ਕਹਿੰਦੇ, ਭਾਈ ਸਿੱਖ ਬਣਨਾ ਬੜਾ ਔਖਾ ਹੈ। ਕਹਿੰਦਾ, ਨਹੀਂ ਮਹਾਰਾਜ ਮੈਨੂੰ ਦੱਸੋ ਸਿੱਖ ਬਣਨ ਲਈ ਕੀ ਕਰਨਾ ਪਏਗਾ। ਮਹਾਰਾਜ ਕਹਿੰਦੇ, ਚੱਲ ਫਿਰ ਤੈਨੂੰ ਇੰਜ ਕਰਦੇ ਆ, ਜੇ ਤੂੰ ਸਿੱਖ ਬਣਨਾ ਹੈ ਨਾ ਤੇ ਆ ਹੁਕਮਨਾਮਾ ਲੈ ਜਾ ਸਾਡਾ। ਇੱਕ ਚਿੱਠੀ ਮਹਾਰਾਜ ਨੇ ਦਿੱਤੀ ਉੱਤੇ ਆਪਣੇ ਸਾਈਨ ਕਰਕੇ। ਗੁਰੂ ਅਰਜਨ ਦੇਵ ਜੀ ਨੇ ਉਸ ਸਿੱਖ ਨੂੰ, ਜਿਹੜਾ ਸਿੱਖ ਬਣਨ ਵਾਸਤੇ ਆਇਆ ਸੀ, ਉਹਨੂੰ ਦਿੱਤੀ ਹੈ ਚਿੱਠੀ। ਮਹਾਰਾਜ ਕਹਿੰਦੇ, ਇੰਜ ਕਰ ਭਾਈ, ਤੂੰ ਆ ਨਾ ਚਿੱਠੀ ਲੈ ਜਾ ਤੇ ਫਲਾਣੇ ਫਲਾਣੇ ਪਿੰਡ ਸਾਡਾ ਇੱਕ ਨਾ ਸਿੱਖ ਰਹਿੰਦਾ, ਬੜਾ ਪਿਆਰ ਕਰਦਾ ਸਾਨੂੰ, ਉਹਨੂੰ ਇਹ ਜਾ ਕੇ ਚਿੱਠੀ ਦੇ ਦੇ। ਤੇ ਇਹ ਜਿਹੜੀ ਚਿੱਠੀ ਆ ਉਦੋਂ ਉਹਨੂੰ ਦੇਣੀ ਆ ਜਦੋਂ ਉਹ ਤੈਨੂੰ 50 ਰੁਪਏ ਦਰਸ਼ਨੀ ਭੇਟਾ ਦੇਵੇ। ਤੇ ਉਹਨੂੰ ਕਹਿਣਾ ਕਿ ਗੁਰੂ ਸਾਹਿਬ ਦਾ ਹੁਕਮ ਆ ਕਿ 50 ਰੁਪਏ, ਕੁਝ ਨੇ ਕੁਝ ਇਤਿਹਾਸਕਾਰਾਂ 100 ਵੀ ਲਿਖਿਆ, 50 ਜਾਂ 100 ਰੁਪਏ ਮਹਾਰਾਜ ਨੇ ਕਿਹਾ ਜਿੰਨਾ ਚਿਰ ਉਹ ਨਾ ਦੇਵੇ ਉਹਨਾਂ ਚਿਰ ਉਹਨੂੰ ਇਹ ਹੁਕਮਨਾਮਾ, ਇਹ ਚਿੱਠੀ ਨਹੀਂ ਦੇਣੀ। ਤੇ ਉਹ ਸਿੱਖ ਲੈ ਕੇ ਚਿੱਠੀ ਸਤਿਗੁਰਾਂ ਪਾਸੋਂ, ਗੁਰੂ ਅਰਜਨ ਦੇਵ ਜੀ ਪਾਸੋਂ ਚਲਾ ਗਿਆ। ਜਾ ਕੇ ਉਹ ਸਿੱਖ ਨੇ ਉਸ ਘਰ ਦਾ ਦਰਵਾਜ਼ਾ ਖੜਕਾਇਆ ਜਿੱਥੇ ਉਹ ਸਿੱਖ ਰਹਿੰਦਾ ਸੀ। ਸਿੱਖ ਨੇ ਬੂਹਾ ਖੋਲ੍ਹਿਆ, ਕਹਿੰਦਾ, ਹਾਂਜੀ ਭਾਈ ਆਓ। ਕਹਿੰਦਾ, ਜੀ ਮੈਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਭੇਜਿਆ। ਸਿੱਖ ਨੇ ਚਰਨਾਂ ਤੇ ਨਮਸਕਾਰ ਕੀਤੀ ਆ, ਧੰਨ ਹੈ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਮੈਨੂੰ ਯਾਦ ਕੀਤਾ। ਸਿੱਖ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਤੇ ਜਲ ਪਾਣੀ ਛਕਾਇਆ। ਕਹਿੰਦੇ, ਆ ਭਾਈ ਤੇਰਾ ਕੀ ਆਉਣਾ ਹੋਇਆ, ਕੀ ਕਾਰਜ ਜੋ ਸਤਿਗੁਰਾਂ ਨੇ ਭੇਜਿਆ। ਤੇ ਉਹਨੇ ਕਿਹਾ, ਭਾਈ ਸਿੱਖਾ, ਗੁਰੂ ਤੇਰੇ ਦਾ ਹੁਕਮ ਹੈ ਕਿ ਆਹ ਹੁਕਮਨਾਮਾ ਜਿਹੜਾ ਆ ਉਹ ਤੂੰ ਪੜ੍ਹਨਾ ਹੈ, ਪਰ ਉਸ ਤੋਂ ਪਹਿਲਾਂ ਤੈਨੂੰ ਦਰਸ਼ਨੀ ਭੇਟਾ 100 ਰੁਪਏ ਜਾਂ 50 ਰੁਪਏ ਜਿਹੜੀ ਆ ਉਹ ਮੈਨੂੰ ਦੇਣੀ ਪਵੇਗੀ, ਦਰਸ਼ਨੀ ਭੇਟਾ, ਫਿਰ ਇਹ ਹੁਕਮਨਾਮਾ ਤੇ ਮੈਂ ਤੈਨੂੰ ਦਊਂਗਾ। ਸਿੱਖ ਗਰੀਬ ਸੀ ਵਿਚਾਰਾ ਘਰੋਂ। ਉਹਨੇ ਕੀ ਕੀਤਾ, ਉਹ ਕਹਿੰਦਾ ਵੀ ਧੰਨ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੈਨੂੰ ਯਾਦ ਕੀਤਾ, ਮਹਾਨ ਹਨ ਸਤਿਗੁਰੂ, ਸਤਿਗੁਰਾਂ ਦੇ ਹਿਰਦੇ 'ਚ ਅਸੀਂ ਨਿਮਾਣੇ ਜਿਹੇ ਸਿੱਖ ਵਸਦੇ ਹਾਂ। ਉਹਨੇ ਸਿੱਖ ਨੂੰ ਜਲ ਪਾਣੀ ਛਕਾਇਆ ਤੇ ਜਿਹੜੇ ਭਾਂਡੇ ਭੁੰਡੇ ਸੀ ਘਰ ਦੇ, ਉਹਨਾਂ ਨੂੰ ਪਾ ਕੇ ਬੋਰੀ 'ਚ ਤੇ ਬਾਹਰ ਵੇਚਣ ਚਲਾ ਗਿਆ। ਵੇਚ ਕੇ ਤੇ ਰੁਪਈਆ 100 ਲਿਆ ਕੇ ਤੇ ਉਹਨੇ ਸਿੱਖ ਦੇ ਅੱਗੇ ਭੇਟਾ ਕੀਤਾ। ਸਿੱਖ ਨੇ ਸਿੱਖ ਨੂੰ ਜਿਹੜਾ ਆ ਹੁਕਮਨਾਮਾ ਦਿੱਤਾ ਜਿਹੜਾ ਸਤਿਗੁਰਾਂ ਨੇ ਭੇਜਿਆ ਸੀ। ਹੁਕਮਨਾਮਾ ਲੈ ਕੇ ਜਦੋਂ ਪੜ੍ਹਿਆ, ਉਹਦੇ ਵਿੱਚ ਲਿਖਿਆ ਸੀ ਕਿ ਭਾਈ ਸਿੱਖਾ, ਅੰਮ੍ਰਿਤਸਰ ਦੇ ਵਿੱਚ ਕਾਰਜ ਬੜੇ ਵੱਡੇ ਵੱਡੇ ਚੱਲਦੇ ਆ, 500 ਰੁਪਈਆ ਜਿਹੜਾ ਆ ਉਹ ਤੂੰ ਭੇਟਾ ਇਸ ਸਿੱਖ ਦੇ ਹੱਥ ਭੇਜਣੀ ਸਾਡੇ ਵਾਸਤੇ, 500 ਰੁਪਈਆ। ਇਹ ਹੁਕਮਨਾਮਾ ਪੜ੍ਹ ਕੇ 500 ਰੁਪਈਆ ਤੂੰ ਅੰਮ੍ਰਿਤਸਰ ਗੁਰੂ ਦੇ ਸੇਵਾ ਵਾਸਤੇ ਭੇਜਣਾ ਹੈ। ਸਿੱਖ ਕਹਿੰਦਾ ਠੀਕ ਹੈ। ਸਿੱਖ ਨੇ ਨਮਸਕਾਰ ਕੀਤੀ, ਮੱਥਾ ਟੇਕਿਆ, ਹੁਕਮਨਾਮਾ ਮੱਥੇ ਨਾਲ ਲਾਇਆ ਤੇ ਨਾ ਹੀ ਸਿੱਖ ਨੇ ਕੋਈ ਗਿਲਾ ਕੀਤਾ, ਨਾ ਸ਼ਿਕਵਾ ਕਿ ਮੈਂ ਇੰਨਾ ਗਰੀਬ ਸਿੱਖ ਹਾਂ, ਕਿੱਥੋਂ ਪੈਸੇ ਦਊਂਗਾ, ਕੋਈ ਗੱਲ ਨਹੀਂ,
ਉਹਨੇ ਕਿਹਾ ਗੁਰੂ ਦਾ ਹੁਕਮ ਹੈ, ਸਿਰ ਮੱਥੇ ਆ। ਇੰਨੇ ਚਿਰ ਨੂੰ ਗਲੀ ਦੇ ਵਿੱਚ ਢੋਲ ਵੱਜਦਾ ਸੁਣਿਆ, ਤੇ ਜਿਹੜਾ ਢੋਲ ਵਜਾਉਣ ਵਾਲਾ ਸੀ ਉੱਚੀ ਉੱਚੀ ਕਹਿਣ ਦਿਆ ਸੀ ਕਿ ਅੱਜ ਰਾਜਾ ਜਿਹੜਾ ਹੈ ਨਾ ਆਪਣੇ ਇਲਾਕੇ ਦਾ, ਉਹ ਅੱਜ ਕੁਸ਼ਤੀ ਕਰਾਏਗਾ 2 ਪਹਿਲਵਾਨਾਂ ਦੀ। ਇੱਕ ਮਸਕੀਨੀਆ ਪਹਿਲਵਾਨ ਮੰਨਿਆ ਪਰਮੰਨਿਆ ਸੀ ਉਹਨਾਂ ਦੇ ਇਲਾਕੇ ਦਾ। ਤੇ ਉਹਨੇ ਕਿਹਾ ਭਾਈ ਅੱਜ ਮਸਕੀਨੀਏ ਪਹਿਲਵਾਨ ਦੇ ਨਾਲ ਜਿਹੜਾ ਵੀ ਭਿੜੂਗਾ ਭਾਈ, ਉਹਨੂੰ ਜੇ ਜਿੱਤਣ ਵਾਲੇ ਨੂੰ 1000 ਰੁਪਇਆ ਇਨਾਮ ਮਿਲੂਗਾ ਤੇ ਹਾਰਨ ਵਾਲੇ ਨੂੰ 500 ਰੁਪਇਆ ਇਨਾਮ ਮਿਲੂਗਾ। ਜੇ ਮਸਕੀਨੀਏ ਨੂੰ ਢਾਲਿਆ ਕਿਸੇ ਨੇ, ਉਹਨੂੰ 1000 ਰੁਪਇਆ ਇਨਾਮ, ਤੇ ਜੇ ਉਸ ਮਸਕੀਨੀਏ ਪਹਿਲਵਾਨ ਦੇ ਕੋਲੋਂ ਹਾਰ ਗਿਆ ਤੇ ਫਿਰ ਉਹਨੂੰ 500 ਰੁਪਇਆ ਇਨਾਮ। ਸਿੱਖ ਨੇ ਸੁਣਿਆ ਢੋਲ, ਸਿੱਖ ਨੇ ਉਸ ਜਿਹੜਾ ਆਇਆ ਸੀ ਹੁਕਮਨਾਮਾ ਲੈ ਕੇ ਉਹਨੂੰ ਕਿਹਾ ਭਾਈ ਤੂੰ ਇੰਝ ਕਰ, ਤੂੰ ਇੱਥੇ ਬਹਿ ਮੇਰੇ ਘਰ ਤੇ ਮੈਂ 500 ਰੁਪਇਆ ਲਿਆ ਕੇ ਤੈਨੂੰ ਭੇਟਾ ਕਰਦਾ, ਮੈਂ ਤੈਨੂੰ ਦਿੰਦਾ। ਸਿੱਖ ਬਹਿ ਗਿਆ ਉਹਦੇ ਘਰੇ। ਆਪ ਜਿਹੜਾ ਉਹ ਸਿੱਖ ਸੀ ਉਹ ਚੱਲ ਪਿਆ ਜਿਹੜੇ ਪਾਸੇ ਮੱਲ ਖਾੜਾ ਹੁੰਦਾ ਜਿੱਥੇ ਘੋਲ ਲੈਂਦੇ ਆ ਪਹਿਲਵਾਨ, ਉੱਥੇ ਚਲਾ ਗਿਆ। ਤੇ ਜਾਂਦਾ ਰਸਤੇ ਤੁਰਿਆ ਜਾਂਦਾ, ਭੱਜਾ ਜਾਂਦਾ ਕਿਤੇ ਮੈਂ ਲੇਟ ਨਾ ਹੋ ਜਾ। ਭੱਜਾ ਜਾਂਦਾ ਤੇ ਇੰਨੇ ਚਿਰ ਨੂੰ ਅੱਗੇ ਇੱਕ ਖੂਹ ਆਉਂਦਾ, ਕਹਿੰਦਾ ਚੱਲ ਜਲ ਛਕ ਲਾਂ, ਪਾਣੀ ਛਕ ਲਾਂ, ਗਰਮੀ ਬੜੀ ਹੈ। ਪਾਣੀ ਪੀਣ ਲੱਗਦਾ, ਉੱਥੋਂ ਜਲ ਛਕਣ ਲੱਗਦਾ ਤੇ ਸਾਰਿਆਂ ਨੂੰ ਕਹਿੰਦਾ ਪਾਸੇ ਹੋ ਜਾ, ਮੈਂ ਮਸਕੀਨੀਏ ਪਹਿਲਵਾਨ ਦੇ ਨਾਲ ਘੋਲ ਲੈਣਾ। ਉਹ ਸਾਰੇ ਵਹਿੰਦੇ ਉਹਦੀ ਹੱਲ, ਕਹਿੰਦੇ ਤੂੰ ਪਤਲਾ ਜਿਹਾ, ਤੂੰ ਮਸਕੀਨੀਏ ਨਾਲ ਘੋਲ ਲੈ ਕੇ ਕੀ ਕਰੇਗਾ, ਤੈਨੂੰ ਕੀ ਆਦਤ ਬਣ ਗਈ ਵੀ ਤੂੰ ਮਸਕੀਨੀਏ ਨਾਲ ਘੋਲ ਲੈਣਾ। ਕਹਿੰਦਾ ਕਿ ਇੰਜ ਆ ਕਿ ਮੇਰੇ ਗੁਰੂ ਨੇ ਮੈਨੂੰ ਇੱਕ ਜਿਹੜੇ ਆ ਉਹ ਪਰਚੀ ਪਾਈ ਆ ਤੇ ਸਤਿਗੁਰੂ ਕਹਿੰਦੇ ਕਿ 500 ਰੁਪਇਆ ਜਿਹੜਾ ਹੈ ਉਹ ਦੇਣਾ ਹੈ ਗੁਰੂ ਕੇ ਲੰਗਰਾਂ ਵਾਸਤੇ, ਗੁਰੂ ਦੀ ਸੇਵਾ ਵਾਸਤੇ, ਤੇ ਮੈਂ ਜੇ ਚਲੋ ਹਾਰ ਵੀ ਜਾਊਂਗਾ 500 ਰੁਪਇਆ ਤੇ ਮਿਲੂਗਾ। ਸਾਰਿਆਂ ਨੇ ਕਿਹਾ ਭਾਈ ਉਹ ਜਿਹੜਾ ਮਸਕੀਨੀਆ ਪਹਿਲਵਾਨ ਤੂੰ ਸੁਣਿਆ ਨਹੀਂ, ਉਹਦੇ ਤਾਕਤ ਬੜੀ ਆ, ਵੱਡੇ ਵੱਡੇ ਪਹਿਲਵਾਨ ਉਹਨੇ ਢਾਹ ਸੁੱਟੇ ਆ, ਤੇ ਤੂੰ ਉਹਦੇ ਕੋਲ ਜਾ ਕੇ ਤੇ ਕਿਵੇਂ ਘੋਲ ਡਏਂਗਾ। ਤੇ ਨੇੜੇ ਹੀ ਮਸਕੀਨੀਆ ਪਹਿਲਵਾਨ ਇਸੇ ਖੂਹ ਦੇ ਉੱਤੇ ਇਸ਼ਨਾਨ ਕਰਨ ਦਿਆ ਸੀ, ਨਹਾਉਂਦਿਆ ਸੀ। ਨਹਾਉਂਦਿਆਂ ਉਹਨੇ ਵੇਖਿਆ ਵੀ ਕਮਾਲ ਦੀ ਗੱਲ ਆ ਵੀ ਇਹ ਸੁਗੜਾ ਜਿਹਾ ਸਿੱਖਿਆ ਗੁਰੂ ਦਾ, ਤੇ ਇਹ ਆਪਣੇ ਗੁਰੂ ਦੇ ਵਾਸਤੇ ਇੰਨਾ ਪਿਆਰ ਕਰਦਾ ਆਪਣੇ ਗੁਰੂ ਨੂੰ ਵੀ 500 ਰੁਪਏ ਵਾਸਤੇ ਆਪਣੀਆਂ ਹੱਡੀਆਂ ਪਸਲੀਆਂ ਦੀ ਵੀ ਪਰਵਾਹ ਨਹੀਂ ਕਰਦਾ। ਉਹ ਜਿਹੜਾ ਸੀ ਮਸਕੀਨੀਆ ਉਹ ਉੱਤੇ ਮਤਲਬ ਪ੍ਰਭਾਵਿਤ ਹੋ ਗਿਆ। ਉਹ ਸਿੱਖ ਜਦ ਪ੍ਰਭਾਵਿਤ ਹੋ ਗਿਆ, ਅਗਲੇ ਪਾਸੇ ਮੱਲ ਖਾੜੇ 'ਚ ਪਹੁੰਚੇ ਆ, ਇੱਧਰ ਮਸਕੀਨੀਆ ਆਇਆ, ਉੱਧਰੋਂ ਸਿੱਖ ਆਇਆ। ਸਿੱਖ ਨੇ ਕਿਹਾ ਮੈਂ ਲੜਨਾ, ਤੇ ਮਸਕੀਨੀਏ ਦੇ ਮਨ 'ਚ ਦਇਆ ਆ ਗਈ। ਉਹਨੇ ਕੀ ਕੀਤਾ, 1-2 ਪਲੱਥੇ ਮਾਰੇ ਆ ਤਾਂ ਠਾਂ, ਵਾਹਿਗੁਰੂ, 1-2 ਪਲੱਥੇ ਮਾਰੇ ਆ ਤਾਂ ਠਾਂ, ਇਸੇ ਤਰ੍ਹਾਂ ਹੀ। ਤੇ ਸਾਧ ਸੰਗਤ ਫਿਰ ਇਹਨੇ ਮਸਕੀਨੀਏ ਨੇ ਆਪ ਜਿਹੜਾ ਥੱਲੇ ਪੈ ਗਿਆ ਤੇ ਇਹਨੂੰ ਸਿੱਖ ਨੂੰ ਉੱਤੇ ਕਰ ਲਿਆ, ਤੇ ਸਿੱਖ ਨੇ ਇਹਦੀ ਕੰਡ ਲਵਾਤੀ, ਮੋਢੇ ਲਵਾਤੇ, ਤੇ ਇਹ ਜਿੱਤ ਗਿਆ। ਸਿੱਖ ਜਿੱਤ ਗਿਆ। ਤੇ ਸਿੱਖ ਜਿੱਤਣ ਤੋਂ ਬਾਅਦ ਇਹਨੂੰ 1000 ਰੁਪਇਆ ਨਾਮ ਮਿਲਿਆ। ਨਾਮ ਮਿਲਿਆ, ਜਦ ਤੁਰ ਲੱਗਾ ਤੇ ਮਸਕੀਨੀਏ ਨੇ ਬਾਂਹ ਫੜ ਲਈ ਇਹਦੀ, ਪਹਿਲਵਾਨ ਨੇ। ਕਹਿੰਦਾ ਭਾਈ ਸਿੱਖਾ, ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਾ, ਜਿਹੜੇ ਗੁਰੂ ਦੇ ਵਾਸਤੇ ਤੂੰ ਇੰਨਾ ਜੋਖਮ ਉਠਾਉਣ ਦੇ ਲਈ ਤਿਆਰ ਹੋ ਗਿਆ, ਜਿਹੜੇ ਗੁਰੂ ਦੇ ਵਾਸਤੇ ਤੂੰ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਆਪਣੀ ਹੱਡੀ ਪਸਲੀ ਦੀ ਪਰਵਾਹ ਨਹੀਂ ਕੀਤੀ, ਉਹ ਗੁਰੂ ਦੇ ਮੈਨੂੰ ਵੀ ਦਰਸ਼ਨ ਕਰਾ। ਕਹਿੰਦਾ ਠੀਕ ਹੈ ਭਾਈ, ਤੂੰ ਆ ਚੱਲੀਏ ਆਪਾਂ। ਉਸ ਗੁਰੂ ਦਾ ਇੱਕ ਸਿੱਖ ਮੇਰੇ ਘਰ ਬੈਠਾ, ਤੇ ਉਹਨੂੰ ਮੈਂ 500 ਰੁਪਇਆ ਦੇ ਕੇ ਤੇ ਨਾਲ ਹੀ ਆਪਾਂ ਉਹਦੇ ਚੱਲਦੇ ਹਾਂ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇਹ ਤਿੰਨੇ ਜਾਣੇ, ਉਹ ਜਿਹੜਾ ਸਿੱਖ ਸੀ ਇਹਨੂੰ 500 ਰੁਪਇਆ ਦਿੰਦਾ ਹੈ, ਤੇ ਨਾਲ ਮਸਕੀਨੀਆ ਪਹਿਲਵਾਨ, ਇਹ ਤਿੰਨੇ ਜਾਣੇ ਚੱਲ ਕੇ ਅੰਮ੍ਰਿਤਸਰ ਧਰਤੀ ਤੇ ਪਹੁੰਚਦੇ ਆ। ਉਸ ਸਮੇਂ ਫਿਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸਲੋਕ ਉਚਾਰਨ ਕਰ ਰਹੇ ਸੀ। ਕਹਿੰਦੇ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕਰ ਰਹੇ ਸੀ, ਤੇ ਇੱਥੇ ਸਤਿਗੁਰੂ ਆਪਣੇ ਸਨ। ਤੇ ਉਸ ਸਮੇਂ ਫਿਰ ਇਹਨਾਂ ਨੂੰ ਆਉਂਦਿਆਂ ਦੇਖ ਕੇ ਮਹਾਰਾਜ ਨੇ ਉਚਾਰਨ ਕੀਤਾ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਸਤਿਗੁਰਾਂ ਨੇ ਕਿਹਾ ਸੁਖੀ ਬਸੈ ਮਸਕੀਨੀਆਂ, ਇਹ ਭਾਈ ਮਸਕੀਨੀਆ ਤੂੰ ਸੁਖੀ ਬਸੇਗਾ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਕਿਉਂਕਿ ਤੂੰ ਆਪਾ ਜਿਹੜਾ ਹੈ ਨਾ ਉਹ ਨਿਵਾਰ ਦਿੱਤਾ, ਆਪਾ ਤੂੰ ਸਿੱਖ ਦੇ ਹੇਠਾਂ ਪਾ ਦਿੱਤਾ, ਤੂੰ ਪਰਵਾਹ ਨਹੀਂ ਕੀਤੀ, ਆਪਣਾ ਹੰਕਾਰ ਜਿਹੜਾ ਛੱਡ ਦਿੱਤਾ। ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਪਰ ਜਿਹੜੇ ਵੱਡੇ ਵੱਡੇ ਹੰਕਾਰੀ ਹੁੰਦੇ ਆ ਨਾ, ਜਿਹੜੇ ਆਪਣੇ ਆਪ ਨੂੰ ਹੰਕਾਰ ਕਰਦੇ ਆ, ਜਾਤੀ ਦੇ ਅਭਿਮਾਨੀ, ਵਿਦਿਆ ਦੇ ਅਭਿਮਾਨੀ ਹੰਕਾਰੀ ਲੋਕ, ਮਹਾਰਾਜ ਕਹਿੰਦੇ ਨਾਨਕ ਗਰਭ ਗਲੇ, ਉਹ ਗਰਭ ਦੇ ਵਿੱਚ ਗਲ ਜਾਂਦੇ ਆ। ਭਾਵ ਵਾਰ-ਵਾਰ ਉਹ ਜਨਮ ਲੈਂਦੇ ਆ, ਵਾਰ-ਵਾਰ ਜੰਮਦੇ ਆ, ਵਾਰ-ਵਾਰ ਮਰਦੇ।
गर्भ दे विच हंकार दे विच ही रहिंदे आ। इसे तरह ही वो खत्म हो जाते हैं। महाराज ने बख्शिश की। फिर मस्कीनिया का साध संगत एक ये भी अर्थ होता है, जोड़ा मस्कीनिया होंदा है सारिया के जिन्हों ने आपा भाव मिटा दिता हो उन्होंने मस्कीनिया कहा जाता। सुखी बसै मस्कीनिया, वो मनुख सुखी वसदा है जोड़ा मनुख अपने आप को मिटा दिता है, अपने आप को खत्म कर दिता है। आप निवार दले बड़े बड़े हंकारी आ नानक गर्भ गले। मारे कहते जो बड़े बड़े हंकार करने वाले ना वो गर्भ गले हंकार दे विच ही गल जाते हैं। वो इस तरह ही खत्म हो जाते, नाश हो जाते हंकार कर करके। अष्टपदी च महाराज सतगुरु बख्शिश करते हैं जिन्होंने हंकार है उन्होंने सतगुरु जी बातां दसदे उन्होंने बारे कि वह किवें दे हन ते किवें उन्हां दे हंकार का कोई मुल पवेगा कि नहीं। सतगुरु कहते हैं जिसकै अंतर राज अभिमान सो नरक पाती होवत सुआन। मारे कहते जिहदे अंदर ना राज का अभिमान होवे कि मैं बड़ा वड्डा राजा, मैं प्रधानमंत्री मैं राष्ट्रपति हाँ। मारे कहते जिसके अंतर राज अभिमान, जिन्होंने राज का अभिमान होवे ना हंकार होवे सो नरक पाती होगा सुआन। मारे कहते नरकों का धारनी होगा, होगा सुआन। सुआन का अर्थ होता है कुत्ता। मारे कहते नरकों का भागी होगा तो कुत्ते की नस्ल उन्होंने मिलेगी। कुत्ते की न्यायी वो नरकों के धक्के खाऊगा जिन्हों राज अभिमान का राज का हंकार है, जिन्होंने पदवी का हंकार है, जिन्होंने उच्चता का हंकार है कि मेरी पदवी बड़ी उच्ची। कई होंगे ना ऐसे लोग जिन्होंने अपनी पदवी का हंकार बड़ा होंगे। कई ऐसे होंगे पदवी तो उतर भी जान ना, क्योंकि उन्हें पदवी सदा नहीं रही। हर किसी को भावें पदवी जिड्डी मर्जी उच्ची हो वो सदा नहीं किसी को भी रही, भावें कोई भी आ। जे कोई SSP आ कोई DC आ वो किसी सदा DC थोड़ी रहेगा। कार्यकाल है, समा एक खत्म होएगा तो उन्हें फिर उस तरह ही मनुख जड़ा जिमें दा सी उस तरह का रह जाना। तो जे अज कोई प्रधानमंत्री है कोई मुख्यमंत्री है उन्हें सदा थोड़ी रह जाना। एक दिन तो उन्हें 5 साल बाद तो बदलना ही है, 5 नहीं तो 10 साल बाद बदल जू। महाराज कहते आ कि कई हंकार ही बड़ा होंगे। वो ना पदवी तो उतरन तो बाद भी दसते रहते हैं कि मैं फलानी जगह का SSP सी, उस जगह के उत्ते मैं DC लगा होया सी, आ जगह इन्ना एरिया मेरे अंडर। वो इन्नियां गल्लां कर करके हंकार करी जाते हैं। पदवी का हंकार तो गल वक्री है, कई यो हंकार लै पैंदा। कई ऐसे लोग होंगे आ, शायद तुसी सुनिया होगा, कई बजुर्ग होंगे आ जो रिटायर होए होंगे ना, वो अपनी रिटायरमेंट तो पहलों दी गल्लां मैं इत्थे आ कीता सी, मैं इत्थे आ कीता सी, ऐसे कई होंगे आ। उन्होंने हंकार होंदा अपनी पदवी का। पदवी वेले तो हंकार होना ही है, पदवी तो बाद का हंकार भी उन्होंने खत्म नहीं। सो नरक पाती हो सवान। महाराज कहते ऐसे मनुख जिहड़े आ वो नरकों के विच जन्म लेंदे आ। पाती भाव डिगदे हैं नरकों के विच, ते फिर जो नरकों तो निकलते आ तो फिर उन्होंने कुत्तियां की जून प्राप्त होती है। होवत सुआन जो जानै मैं जो बनवंत सो होवत बिष्टा का जंत। मारे कहते कुछ ऐसे होंगे आ जिन्होंने जवानी का बड़ा हंकार होता, जोबन का बड़ा हंकार होता कि मेरे वर्गे कोई सुंदरता ही नहीं हैगी संसार च किसी को, मैं इन्ना सुंदर है। कई औरतों को अपनी सुंदरता से बड़ा माण होंदा है, तो कई मर्दों को अपनी ताकत रूपी जोबन से बड़ा माण होंदा कि मेरी बाहों च बल बड़ा, मैं बहुत जवान है। मारे कहते जो जाने मैं जो बड़वंत, जोड़ा ये हर वेले यही कहता रहता कि मैं बड़ा सुंदर हाँ, मेरे जिन्ना ताकत नहीं हैगी, मेरे च बहुत बल आ, मैं बड़ा जवानी मेरे ते बड़ी चढ़ी आ। मारे कहते जो इस तरह जानता ना अपने आप को सो होवत बिष्टा का जंत। मारे कहते वो बिष्टा, बिष्टा का अर्थ होता गंदगी, बिष्टा का जंत गंदगी के जिहड़े कीड़े होंदे ना। मारे कहते वो आ परमेश्वर की निगाह दे विच मनुख, परमेश्वर की निगाह दे विच मनुख भावें अपने आप को कही जाए कि मैं बड़ा, मेरी ते जवानी है, मैं जवान है, बड़ा सोहना वा, पर मारे कहते आ परमेश्वर की निगाह दे विच वो बिष्टा का जंत, वो मनुख जिहड़ी विष्टा होंदी है ना, विष्टा गंदगी होंदी है, ਉਹਦੇ ਵਿੱਚ पलन वाला एक जीव है परमेश्वर की निगाह च। ये अर्थ ये भी करांगे भाई जिहड़ा अपने आप को जोगणवंत कहता रब को सिमरदा नहीं, तो फिर परमेश्वर उन्होंने अगली चूण बिष्टा के जंत दी दिंदा है, गंदगी का कीड़ा बना के पैदा करता है। आपस को कर्मवंत कहावै जन्म मरै बहु जोन परमावै। आपस को जिहड़ा अपने आप को चंगे
ਕਰਮ ਕਰਨ ਵਾਲਾ ਕਹਾਉਂਦਾ ਹੈ, ਕਰਮਵੰਤ, ਕਿ ਮੈਂ ਬਹੁਤ ਚੰਗੇ ਕਰਮ ਕਰਦਾ, ਮੈਂ ਭਲਾ ਕਰਦਾ, ਮੈਂ ਕਿਸੇ ਨੂੰ ਦੁੱਖ ਨਹੀਂ ਦਿੰਦਾ, ਮੈਂ ਚੰਗੇ ਕਰਮ ਕਰਦਾ, ਮਾੜੇ ਕਰਮਾਂ ਦੇ ਲਾਗੇ ਨਹੀਂ ਜਾਂਦਾ। ਇਹਦੇ ਹੰਕਾਰ ਹੋ ਜਾਂਦਾ ਕਈਆਂ ਨੂੰ ਨਾ, ਕਿ ਮੈਂ ਬਹੁਤ ਚੰਗਾ, ਮੇਰੇ ਵਰਗਾ ਕੋਈ ਇਨਸਾਨ ਹੀ ਨਹੀਂ ਹੈਗਾ। ਬੜੇ ਐਸੇ ਲੋਕ ਮਿਲ ਜਾਂਦੇ ਜਿਹੜੇ ਹੰਕਾਰ ਕਰਦੇ ਆ ਕਿ ਅਸੀਂ ਬਹੁਤ ਵੱਡੇ ਕਰਮਵੰਤ ਆ। ਸਤਿਗੁਰੂ ਕਹਿੰਦੇ ਜਿਹੜੇ ਐਸੇ ਆਪਣੇ ਆਪ ਨੂੰ ਕਹਾਉਂਦੇ ਆ ਨਾ ਕਿ ਅਸੀਂ ਬੜੇ ਚੰਗੇ ਕਰਮ ਕਰਦੇ ਆ, ਜਨਮ ਮਰੈ ਬਹੁ ਜੋਨ ਭਰਮਾਵੈ, ਮਾਰੇ ਕਹਿੰਦੇ ਜੰਮਦਾ ਮਰਦਾ ਰਹਿੰਦਾ ਫਿਰ, ਤੇ ਵਾਰ-ਵਾਰ ਜਨਮ ਜੂਨੀਆਂ ਦੇ ਵਿੱਚ ਭਰਮਦਾ ਰਹਿੰਦਾ ਉਹ ਮਨੁੱਖ, ਜਿਹੜਾ ਆਪਣੇ ਆਪ ਨੂੰ ਚੰਗੇ ਕਰਮ ਕਰਨ ਵਾਲਾ ਕਹਾਉਂਦਾ। ਕਿਉਂਕਿ ਕਰਮ ਤੇ ਜੇ ਭਾਵੇਂ ਚੰਗੇ ਵੀ ਕਰਦਾ ਹੈ, ਕਰਮਾਂ ਦੇ ਨਾਲ ਪ੍ਰਾਪਤੀ ਥੋੜੀ ਹੈ, ਪ੍ਰਾਪਤੀ ਤੇ ਪਰਮੇਸ਼ਰ ਦੀ ਕਿਰਪਾ ਨਾਲ ਹੈ। ਜੇ ਕਦੇ ਚੰਗੇ ਕਰਮਾਂ ਕਰਨ ਦੇ ਨਾਲ ਪਰਮੇਸ਼ਰ ਮਿਲ ਜੇ, ਇਸ ਤਰ੍ਹਾਂ ਨਹੀਂ ਹੁੰਦਾ। ਹਾਂ, ਚੰਗੇ ਕਰਮ ਜ਼ਰੂਰੀ ਆ, ਪਰ ਜੇ ਚੰਗੇ ਕਰਮ ਕਰਕੇ ਹੰਕਾਰ ਹੀ ਆ ਗਿਆ ਤੇ ਫਿਰ ਕਾਹਦਾ ਚੰਗਾ ਕਰਮ ਕੀਤਾ? ਫਿਰ ਤੇ ਉਹ ਤੇ ਫਿਰ ਮਾੜੀ ਗੱਲ ਹੈ ਨਾ। ਉਹ ਤੇ ਫਿਰ ਕਰਮ ਕਰਕੇ ਹੰਕਾਰ ਕਰ ਲਿਆ ਤੇ ਕਰਮ ਸਾਰਾ ਨਾਸ਼ ਹੋ ਗਿਆ। ਇਸੇ ਕਰਕੇ ਮਹਾਰਾਜ ਕਹਿੰਦੇ ਆ ਜਨਮ ਮਰੇ ਬਹੁਤ ਜੂਨ, ਕਈ ਜੂਨਾਂ ਦੇ ਵਿੱਚ ਭਰਮਦਾ ਰਹਿੰਦਾ ਹੈ, ਜੰਮਦਾ ਹੈ ਮਰਦਾ, ਇਸ ਤਰ੍ਹਾਂ ਹੀ ਉਹਦਾ ਜੀਵਨ ਲੰਘਦਾ ਰਹਿੰਦਾ। ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਮਾਰੇ ਕਹਿੰਦੇ ਜਿਹਦੇ ਕੋਲ ਧਨ ਬਹੁਤ ਹੈ ਤੇ ਬੜੀਆਂ ਵੱਡੀਆਂ ਵੱਡੀਆਂ ਭੂਮੀਆਂ, ਭਾਵ ਜ਼ਮੀਨ ਦਾ ਮਾਲਕ ਹੈ, ਬਹੁਤ ਜ਼ਮੀਨ ਹੈ ਜਿਹਦੇ ਕੋਲ, ਕਈਆਂ ਨੂੰ ਜ਼ਮੀਨ ਦਾ ਹੰਕਾਰ ਹੁੰਦਾ ਹੈ, ਧਨ ਦਾ ਬੜਾ ਹੰਕਾਰ ਹੁੰਦਾ, ਮੇਰੇ ਕੋਲ ਧਨ ਬੜੇ ਬਹੁਤ ਹੈ, ਮੇਰੇ ਕੋਲ ਇੰਨੇ ਵਿਗੇ ਇੰਨੇ ਕਿੱਲੇ ਜ਼ਮੀਨ ਆ, ਇਹਦਾ ਹੰਕਾਰ ਕੁਝ ਕਰਦੇ। ਧਨ ਭੂਮਿਕਾ ਜੋ ਕਰੇ ਗੁਮਾਨ, ਇਹਦਾ ਹੰਕਾਰ ਜਿਹੜਾ ਕਰਦਾ, ਮਾਰੇ ਕਹਿੰਦੇ ਸੋ ਮੂਰਖ ਅੰਧਾ ਅਗਿਆਨ। ਮਾਰੇ ਕਹਿੰਦੇ ਉਹਨੂੰ ਮੂਰਖ ਆ ਉਹ ਮਨੁੱਖ, ਅੰਧਾ ਆ ਤੇ ਅਗਿਆਨੀ ਆ, ਉਹਨੂੰ ਕੋਈ ਗਿਆਨ ਹੈ ਹੀ ਨਹੀਂ। ਕਿਉਂਕਿ ਅਗਿਆਨੀ ਮਨੁੱਖ ਇਹ ਕਹਿੰਦਾ ਕਿ ਮੇਰੇ ਕੋਲ ਪੈਸਾ ਬਹੁਤ ਹੈ ਤੇ ਮੇਰੇ ਕੋਲ ਜ਼ਮੀਨ ਜਾਇਦਾਦ ਬਹੁਤ ਹੈ। ਕਈ ਐਸੇ ਹੁੰਦੇ ਆ, ਪਰ ਉਹ ਜ਼ਮੀਨ ਜਾਇਦਾਦ ਉਹਨਾਂ ਦੇ ਕਿਸੇ ਕੰਮ ਨਹੀਂ ਆਉਂਦੀ ਜਦੋਂ ਜਾਂਦੇ ਸੰਸਾਰ ਨੂੰ, ਇਸੇ ਹੰਕਾਰ ਦੇ ਵਿੱਚ ਹੀ ਮਰ ਜਾਂਦੇ ਆ। ਮਾਰੇ ਕਹਿੰਦੇ ਸੋ ਮੂਰਖ, ਉਹ ਮੂਰਖ ਹਨ ਉਹ ਲੋਕ ਜਿਹੜੇ ਇਹਦਾ ਅਭਿਮਾਨ ਕਰਦੇ, ਗੁਮਾਨ ਕਰਦੇ ਆ। ਅੰਧਾ ਆ ਉਹ ਮਨੁੱਖ, ਅਗਿਆਨੀ ਹੈ ਉਹ ਮਨੁੱਖ ਜਿਹੜਾ ਧਨ ਭੂਮ ਦਾ ਗੁਮਾਨ ਕਰਦਾ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਈਹਾ ਮੁਕਤ ਆਗੈ ਸੁਖ ਪਾਵੈ। ਮਾਰੇ ਕਹਿੰਦੇ ਆ ਕਰ ਕਿਰਪਾ, ਪਰਮੇਸ਼ਰ ਕਿਰਪਾ ਕਰਕੇ ਜਿਹਦੇ ਹਿਰਦੇ ਦੇ ਵਿੱਚ ਗਰੀਬੀ ਵਸਾਵੇ, ਨਿਮਰਤਾ ਵਸਾ ਦੇਵੇ, ਜਿਹਦੇ ਕੋਲ ਸਾਰਾ ਕੁਝ ਹੋਵੇ, ਧਨ ਪਦਾਰਥ ਵੀ ਹੋਵੇ, ਚੰਗਾ ਜਵਾਨੀ ਵੀ ਚੰਗੀ ਹੋਵੇ, ਸੋਹਣਾ ਵੀ ਲੱਗਦਾ ਹੋਵੇ, ਚੰਗੇ ਕਰਮ ਵੀ ਕਰਦਾ ਹੋਵੇ ਮਨੁੱਖ, ਰਾਜ ਤੇ ਕਿਤੇ ਪਦਵੀ ਤੇ ਵੀ ਬੈਠਾ ਹੋਵੇ। ਕਈ ਐਸੇ ਸਿੱਖ ਵੀ ਮਿਲ ਜਾਂਦੇ ਸਾਧ ਸੰਗਤ ਜਿਨ੍ਹਾਂ ਕੋਲ ਬੜੀ ਤਗੜੀ ਪਦਵੀ ਹੁੰਦੀ ਹੈ, ਤੇ ਪਰ ਉਹ ਨਿਮਰਤਾ 'ਚ ਇੰਨੇ ਹੁੰਦੇ ਆ ਕਿ ਜਿਹੜਾ ਵੀ ਜਾਂਦਾ ਉਹਨੂੰ ਕਹਿੰਦੇ ਮਹਾਰਾਜ ਆਓ ਆਪ ਜੀ, ਧੰਨ ਭਾਗ ਸਾਡੇ ਜੋ ਆਪ ਜੀ ਨੇ ਦਰਸ਼ਨ ਦਿੱਤੇ, ਗੁਰੂ ਦੇ ਸਿੱਖ ਆਏ, ਬੜੀ ਸੇਵਾ ਕਰਦੇ। ਕਈਆਂ ਨੂੰ ਆਪਣੀ ਪਦਵੀ ਦਾ ਹੰਕਾਰ ਹੁੰਦਾ, ਗੁਰੂ ਦੇ ਸਿੱਖ ਦੀ ਵੀ ਜਿਹੜੇ ਆ ਉਹ ਨਿਖੇਧੀ ਕਰ ਦਿੰਦੇ ਆ, ਉਹਨੂੰ ਵੀ ਮਾੜਾ ਬੋਲ ਦਿੰਦੇ ਆ। ਪਰ ਕੁਝ ਐਸੇ ਮਹਾਰਾਜ ਨੇ ਬਣਾਏ ਹੁੰਦੇ ਆ ਜਿਨ੍ਹਾਂ ਦੇ ਅੰਦਰ ਇਹ ਪੰਕਤੀ, ਇਹ ਸਾਰੀ ਅਸ਼ਟਪਦੀ ਵਸੀ ਹੁੰਦੀ ਆ। ਉਹ ਫਿਰ ਆਪਣੇ ਕਿਸੇ ਰਾਜ ਦਾ ਅਭਿਮਾਨ ਨਹੀਂ ਕਰਦੇ। ਜੇ ਕੋਈ ਪਦਵੀ ਮਿਲ ਜਾਂਦੀ ਹੈ ਨਾ ਗੁਰੂ ਦੀ ਕਿਰਪਾ ਨਾਲ, ਉਹ ਸ਼ੁਕਰ ਕਰਦੇ ਆ, ਤੇ ਉਹ ਪਦਵੀ ਤੇ ਬੈਠੇ ਵੀ ਉਹ ਭਲੇ ਕਰਮ ਹੀ ਕਰਦੇ ਰਹਿੰਦੇ ਆ। ਤੇ ਫਿਰ ਉਹਨਾਂ ਦੇ ਜੇ ਕਿਸੇ ਦੀ ਜਵਾਨੀ ਵੀ ਚੰਗੀ ਹੋਵੇ ਤੇ ਉਹ ਵੀ ਪਰਮੇਸ਼ਰ ਨੂੰ ਸਿਮਰੇ, ਉਹ ਵੀ ਉਹਦਾ ਵੀ ਕਲਿਆਣ, ਉਹ ਵੀ ਇਹਦੇ ਵਿੱਚ ਗਰੀਬੀ ਰੱਖੇ ਨਾ, ਜਿਹਦੇ ਤੇ ਕਿਰਪਾ ਹੁੰਦੀ ਹੈ ਉਹ ਗਰੀਬੀ ਰੱਖਦਾ, ਤੇ ਚੰਗੇ ਕਰਮ ਵੀ ਕਰਦੇ ਆ ਫਿਰ ਉਹ ਮਨੁੱਖ। ਫਿਰ ਉਹਨਾਂ ਕੋਲ ਧਨ ਭੂਮੀ ਬੜੀ ਹੁੰਦੀ ਹੈ, ਧਨ ਵੀ ਬੜਾ ਹੁੰਦਾ, ਪਰ ਅੰਮ੍ਰਿਤਧਾਰੀ ਹੁੰਦੇ ਆ ਤੇ ਸਾਰਿਆਂ ਦੇ ਨਾਲ ਵੰਡ ਕੇ ਛਕਦੇ, ਐਸਾ ਉਹਨਾਂ ਦਾ ਜੀਵਨ ਹੁੰਦਾ। ਧਨ ਭੂਮ ਦਾ ਗੁਮਾਨ ਨਹੀਂ ਕਰਦੇ। ਮਾਰੇ ਕਹਿੰਦੇ ਜਿਸ ਕੈ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ। ਮਾਰੇ ਪਰਮੇਸ਼ਰ ਜਿਹਦੇ ਤੇ ਕਿਰਪਾ ਕਰਕੇ ਜਿਹਦੇ ਹਿਰਦੇ 'ਚ ਗਰੀਬੀ ਵਸਾਵੇ। ਇੰਨਾ ਕੁਝ ਹੁੰਦਿਆਂ ਵੀ ਜਿਹੜਾ ਆਪਣੇ ਆਪ ਤੇ ਹੰਕਾਰ ਨਾ ਕਰੇ, ਮਾਣ ਨਾ ਕਰੇ। ਨਾਨਕ ਈਹਾ ਮੁਕਤ, ਇੱਥੇ ਤੁਸੀਂ ਬਿੰਦੀ ਲਾ ਸਕਦੇ, ਈਹਾ ਦਾ ਅਰਥ ਇੱਥੇ, ਨਾਨਕ ਈਹਾ ਮੁਕਤ ਆਗੇ ਸੁਖ ਪਾਵੇ। ਮਾਰੇ ਕਹਿੰਦੇ ਇੱਥੇ ਵੀ ਮੁਕਤ ਰਹਿੰਦੇ ਆ, ਇੱਥੇ ਵੀ ਸੰਸਾਰ ਨਾਲ ਉਹਨਾਂ ਦਾ ਲਗਾਵ ਨਹੀਂ ਰਹਿੰਦਾ, ਸਾਰਿਆਂ ਨੂੰ ਇੱਕੋ ਬਰਾਬਰ ਜਾਣਦੇ ਆ। ਇੱਥੇ ਵੀ ਮੁਕਤੀ ਉਹਨਾਂ ਦੀ ਹੋ ਜਾਂਦੀ ਆ, ਇੱਥੇ ਮੁਕਤ ਰਹਿੰਦੇ, ਆਗੇ ਸੁਖ ਪਾਵੇ। ਤੇ ਜਦੋਂ ਪਰਮੇਸ਼ਰ ਦੀ ਦਰਗਾਹ 'ਚ ਜਾਂਦੇ ਆ, ਉੱਥੇ ਵੀ ਉਹ ਮਨੁੱਖ ਜਿਹੜੇ ਆ ਸੁੱਖ ਪਾਉਂਦੇ ਆ, ਉੱਥੇ ਵੀ ਉਹਨਾਂ ਦਾ ਮਾਣ ਸਤਿਕਾਰ ਕੀਤਾ ਜਾਂਦਾ। ਸੋ ਸਾਧ ਸੰਗਤ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਭਾਈ ਹੰਕਾਰ ਜਿਹੜਾ ਬਹੁਤ ਮਾੜਾ, ਜੀਵਨ ਦੇ ਵਿੱਚ ਹੰਕਾਰ ਨਹੀਂ ਮਨੁੱਖ ਨੂੰ ਕਰਨਾ ਚਾਹੀਦਾ।
ਜੀਵਨ ਨਿਮਰਤਾ ਦੇ ਨਾਲ ਜਿਉਣਾ ਚਾਹੀਦਾ, ਕਿਉਂਕਿ ਸਿੱਖ ਕੋਲੋਂ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਸਿੱਖ ਜਿਹੜਾ ਉਹ ਗਰੀਬ ਹੀ ਰਵੇ, ਉਹਦੇ ਕੋਲ ਧਨ ਪਦਾਰਥ ਨਾ ਹੋਵੇ, ਉਹਨੂੰ ਕੋਈ ਪਦਵੀ ਨਾ ਹੋਵੇ ਉਹਦੇ ਕੋਲ। ਮਹਾਰਾਜ ਕਹਿੰਦੇ ਸਾਰਾ ਕੁਝ ਹੋਵੇ, ਸਿੱਖ ਕੋਲ ਪਦਵੀ ਵੀ ਹੋਵੇ, ਸਿੱਖ ਮੇਰਾ ਚੰਗਾ ਧਨ ਪਦਾਰਥ ਹੀ ਹੋਵੇ, ਪਰ ਨਿਮਰਤਾ ਰੱਖੇ। ਧਨ ਪਦਾਰਥਾਂ ਹੰਕਾਰ ਨਾ ਕਰੇ, ਭਾਵੇਂ 10 ਦੀਆਂ 1000 ਗੱਡੀਆਂ ਲੈ ਲੇ, ਭਾਵੇਂ ਇੱਕ ਘਰ ਦੀ ਥਾਂ ਤੇ 1000 ਘਰ ਬਣਾ ਲਵੇ, ਕੋਈ ਗੱਲ ਨਹੀਂ, ਬਣਾਵੇ ਜਿੰਨੇ ਮਰਜ਼ੀ ਬਣਾਵੇ, ਜਿੰਨੀ ਮਰਜ਼ੀ ਭੂਮੀ ਖਰੀਦੀ ਜਾਵੇ, ਪਰ ਹੰਕਾਰ ਨਾ ਕਰੇ। ਗਰੀਬ ਨੂੰ ਦੇਖ ਕੇ ਉਹਦਾ ਵੀ ਕੁਝ ਸੋਚੇ, ਨਿਮਰਤਾ ਧਾਰਨ ਕਰੇ। ਐਸਾ ਸਿੱਖ ਹੋਵੇ ਉਹ ਫਿਰ ਇੱਥੇ ਵੀ ਮੁਕਤ ਆ, ਤੇ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉਹ ਮੁਕਤੀ ਪ੍ਰਾਪਤ ਕਰਦਾ ਹੈ, ਉੱਥੇ ਵੀ ਉਹਨੂੰ ਸੁੱਖ ਪ੍ਰਾਪਤ ਹੁੰਦੇ। ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਛ ਸੰਗ ਨਾ ਜਾਵੇ। ਮਨ ਮਾਰੇ ਕਹਿੰਦੇ ਭਾਈ, ਜੇ ਕੋਈ ਧਨਵੰਤ ਮਨੁੱਖ ਹੈ ਤੇ ਧਨਾੜ ਮਨੁੱਖ ਜਿਹਦੇ ਕੋਲ ਧਨ ਬਹੁਤ ਹੈ, ਜੇ ਉਹਦਾ ਹੰਕਾਰ ਕਰਦਾ ਹੈ, ਪਰ ਉਹਨੂੰ ਇਹ ਨਹੀਂ ਪਤਾ ਕਿ ਤ੍ਰਿਣ ਸਮਾਨ ਕਾ ਸੰਗ ਨਾ ਜਾਵੇ। ਤ੍ਰਿਣ ਦਾ ਅਰਥ ਹੁੰਦਾ ਹੈ ਘਾਹ ਦਾ ਤਿਨਕਾ, ਨਿੱਕਾ ਜਿਹਾ ਘਾਹ ਦਾ ਤਿਨਕਾ ਹੁੰਦਾ ਨਾ, ਛੋਟਾ ਜਿਹਾ ਘਾਹ ਦਾ ਤਿਨਕਾ ਜਿਹੜਾ ਹੁੰਦਾ, ਸੁੱਕਾ ਜਿਹਾ ਨਿੱਕਾ ਜਿਹਾ ਤਿਨਕਾ ਹੁੰਦਾ। ਮਾਰੇ ਕਹਿੰਦੇ ਤ੍ਰਿਣ ਸਮਾਨ, ਉਸ ਘਾਹ ਦੇ ਨਿੱਕੇ ਜਿਹੇ ਤਿਨਕੇ ਦੇ ਮਾਤਰ ਵੀ ਕੁਛ ਵੀ ਨਾਲ ਨਹੀਂ ਜਾਣਾ, ਸੰਗ ਨਾ ਜਾਵੇ। ਕਿਸੇ ਨੇ ਕੁਝ ਨਾਲ ਲੈ ਕੇ ਗਿਆ, ਕੋਈ ਧਨ ਪਦਾਰਥ ਲੈ ਕੇ ਗਿਆ, ਇਹ ਵਰਤਣ ਵਾਸਤੇ ਬਣਿਆ ਹੈ, ਸੰਸਾਰ ਦੀ ਰੀਤ ਹੈ, ਵਰਤਣਾ ਹੈ, ਖਾਣਾ ਹੈ, ਖਰਚਣਾ ਹੈ, ਦੂਸਰਿਆਂ ਦੇ ਕੰਮ ਆਉਣਾ ਹੈ, ਪਰਉਪਕਾਰ ਕਰਨੇ ਆ। ਪਰਮੇਸ਼ਰ ਨੇ ਧਨ ਦਿੱਤਾ ਹੈ, ਸਿੱਖ ਨੇ ਅਮੀਰ ਵੀ ਹੋਣਾ ਹੈ, ਦੂਸਰਿਆਂ ਨੂੰ ਵੀ, ਆਪਣੇ ਭਰਾਵਾਂ ਨੂੰ ਵੀ ਆਪਣੇ ਬਰਾਬਰ ਕਰਨਾ ਹੈ, ਇਹ ਤੇ ਸਿੱਖ ਦਾ ਫਰਜ਼ ਹੈ, ਪਰਉਪਕਾਰ ਕਰਨਾ। ਤੇ ਪਰ ਇਹ ਗੱਲ ਵੀ ਸਿੱਖ ਨੇ ਯਾਦ ਰੱਖਣੀ ਹੈ ਕਿ ਤ੍ਰਿਣ ਸਮਾਨ ਕਾ ਸੰਗ ਨਾ ਜਾਵੇ, ਕਿ ਮੇਰੇ ਨਾਲ ਇੱਕ ਤਿਨਕਾ ਜਿੰਨਾ ਵੀ ਜਿਹੜਾ ਉਹ ਨਾਲ ਨਹੀਂ ਜਾਣਾ। ਕਈ ਹੁੰਦੇ ਨਾ ਇਕੱਠੇ ਕਰੀ ਜਾਓ, ਅਗਲੀਆਂ ਪੁਸ਼ਤਾਂ ਜਿਹੜੀਆਂ ਉਹ ਖਾਣਗੀਆਂ, ਤੇ ਪੁਸ਼ਤਾਂ ਨੂੰ ਕੀ ਆ, ਫਿਰ ਆਪ ਵੀ ਉੱਦਾਂ ਤੁਰੇ ਜਾਂਦੇ ਆ, ਤੇ ਬੱਚਿਆਂ ਦੇ ਅੰਦਰ ਪਰਮੇਸ਼ਰ ਦਾ ਕੋਈ ਨਾਮ ਕੋਈ ਦੇ ਕੇ ਨਹੀਂ ਜਾਂਦੇ। ਕਿਉਂਕਿ ਸਭ ਤੋਂ ਵੱਡੀ ਦੌਲਤ ਕੀ ਆ, ਸਾਡੀ ਬਾਣੀ, ਸਿਮਰਨ, ਭਗਤੀ। ਜੇ ਇਹ ਆਪਾਂ ਆਪਣੇ ਬੱਚਿਆਂ ਨੂੰ ਦੇ ਕੇ ਜਾਵਾਂਗੇ ਤੇ ਫਿਰ ਹੀ ਉਹ ਆਪਣੇ ਜੀਵਨ 'ਚ ਚੰਗਾ ਬਣ ਸਕਦੇ ਆ, ਆਪਣੇ ਜੀਵਨ ਨੂੰ ਚੰਗਾ ਬਣਾ ਸਕਦੇ ਆ, ਤੇ ਸੰਸਾਰ ਨੂੰ ਚੰਗਾ ਕਰ ਸਕਦੇ। ਪਰ ਜੇ ਅਸੀਂ ਆਪ ਹੀ ਹਿਰਸ ਕਰਕੇ ਧਨ ਇਕੱਠਾ ਕਰਨ ਵਾਲੇ ਹੋਈ ਗਏ, ਤੇ ਬੱਚਿਆਂ ਨੇ ਤੇ ਫਿਰ ਸਾਡੇ ਪਿੱਛੇ ਲੱਗ ਕੇ ਇਸੇ ਤਰ੍ਹਾਂ ਹੀ ਕਰਨਾ, ਜਿਵੇਂ ਅਸੀਂ ਕਰਦੇ ਧਨ ਪਦਾਰਥ ਇਕੱਠਾ, ਉਵੇਂ ਫਿਰ ਉਹ ਲੱਗੇ ਰਹਿੰਦੇ ਆ। ਫਿਰ ਨਾ ਸਾਨੂੰ ਕੋਈ ਸੋਝੀ ਹੁੰਦੀ ਹੈ ਪਰਮੇਸ਼ਰ ਨੂੰ ਸਿਮਰਨ ਦੀ, ਨਾ ਬਾਣੀ ਪੜ੍ਹਨ ਦੀ, ਤੇ ਫਿਰ ਬੱਚਿਆਂ ਨੂੰ ਅਸੀਂ ਕਿੱਥੋਂ ਕਵਾਂਗੇ ਪੁੱਤਰ ਜਪਜੀ ਸਾਹਿਬ ਦਾ ਪਾਠ ਕਰ ਲਓ, ਪੁੱਤਰ ਗੁਰਦੁਆਰੇ ਜਾਓ, ਪੁੱਤਰ ਸਵੇਰੇ ਉੱਠੋ ਅੰਮ੍ਰਿਤ ਵੇਲੇ, ਨਹੀਂ ਨਾ ਕਹਿ ਸਕਦੇ। ਜੇ ਸਾਡੀ ਬਿਰਤੀ ਧਨ ਵਾਲੀ ਹੈ, ਤੇ ਫਿਰ ਅਸੀਂ ਬੱਚਿਆਂ ਨੂੰ ਕਿਵੇਂ ਸਮਝਾਵਾਂਗੇ, ਬੱਚਿਆਂ ਨੂੰ ਕੀ ਦੇ ਕੇ ਜਾਵਾਂਗੇ? ਇਹ ਧਨ ਤੇ ਇੱਥੇ ਰਹਿ ਜਾਣਾ। ਤੇ ਇਹ ਤੇ ਮਨੁੱਖ ਕੋਈ ਵੀ ਕਮਾ ਸਕਦਾ ਹੈ, ਕੋਈ ਵੀ ਮਿਹਨਤ ਕਰਕੇ ਕਮਾ ਸਕਦਾ ਹੈ ਧਨ, ਪਰ ਜਿਹੜਾ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਨਾ, ਉਹਦੇ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ, ਉਹਦੇ ਵਾਸਤੇ ਸੰਗਤ ਕਰਨੀ ਪੈਂਦੀ। ਇਹ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹਰ ਸਿੱਖ ਨੂੰ। ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਾ ਸੰਗ ਨਾ ਜਾਵੇ। ਮਾਰੇ ਕਹਿੰਦੇ ਕਿਤੇ ਤ੍ਰਿਣ ਸਮਾਨ ਕੱਖ ਜਿੰਨਾ ਵੀ ਨਾਲ ਨਹੀਂ ਜਾਣਾ। ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਬਿਨਾਸ਼। ਮਾਰੇ ਕਹਿੰਦੇ ਬਹੁ ਲਸਕਰ, ਲਸਕਰ ਦਾ ਹੁੰਦਾ ਫੌਜ, ਬੜੀ ਵੱਡੀ ਫੌਜ ਰੱਖੀ ਹੋਵੇ ਕਿਸੇ ਰਾਜੇ ਨੇ, ਕਿਸੇ ਮੰਤਰੀ ਨੇ ਬੜੀ ਵੱਡੀ ਫੌਜ ਸਿਕਿਉਰਿਟੀ ਰੱਖੀ ਹੋਵੇ ਆਪਣੇ ਨਾਲ, ਤੇ ਉਹਨਾਂ ਦੇ ਉੱਤੇ ਮਾਣ ਕਰੇ ਵੀ ਇਹ ਮੈਨੂੰ ਬੜਾ ਮਾਣ ਹੈ, ਮੇਰੀ ਰੱਖਿਆ ਕਰਦੇ ਆ। ਬਹੁ ਲਸਕਰ ਮਾਨੁਖ ਉੱਪਰ ਕਰੇ ਆਸ, ਪਲ ਭੀਤਰ ਤਾਂਕਾ ਹੋਏ ਵਿਨਾਸ਼। ਮਾਰੇ ਕਹਿੰਦੇ ਜਦੋਂ ਮੌਤ ਆਉਣੀ ਹੈ ਨਾ, ਇੱਕ ਪਲ ਦੇ ਵਿੱਚ, ਪਲ ਭੀਤਰ ਤਾਂਕਾ ਹੋਏ ਵਿਨਾਸ਼, ਇੱਕ ਪਲ ਦੇ ਵਿੱਚ ਹੀ ਉਸ ਮਨੁੱਖ ਦਾ ਨਾਸ਼ ਹੋ ਜਾਣਾ ਜਦੋਂ ਮੌਤ ਆਉਣੀ ਹੈ। ਫਿਰ ਭਾਵੇਂ ਜਿੰਨੇ ਮਰਜ਼ੀ ਬਾਡੀਗਾਰਡ ਰੱਖੀ ਫਿਰੇ, ਜਿੰਨੇ ਮਰਜ਼ੀ ਰਫਲਾਂ ਵਾਲੇ ਅੱਗੇ ਪਿੱਛੇ ਤੁਰੇ ਫਿਰਨ, ਭਾਵੇਂ 10-10 ਗੱਡੀਆਂ ਸਿਕਿਉਰਿਟੀ ਦੀਆਂ ਲਈ ਫਿਰੇ, ਜਿੰਨੀ ਮਰਜ਼ੀ ਫੌਜ ਨਾਲ ਲੈ ਕੇ ਤੁਰਿਆ ਫਿਰੇ, ਪਰ ਜਿਹੜੀ ਮੌਤ ਪਿੱਛਾ ਨਹੀਂ ਨਾ ਛੱਡਦੀ। ਇਹ ਮੌਤ ਆਉਣੀ ਆਉਣੀ ਹੈ। ਪਲ ਭੀਤਰ ਤਾਕਾ ਹੋਏ ਵਿਨਾਸ਼, ਇੱਕ ਪਲ ਦੇ ਵਿੱਚ ਨਾਸ਼ ਕਰ ਹੋ ਜਾਂਦਾ ਉਸ ਮਨੁੱਖ ਦਾ, ਜਿਹੜਾ ਇਹਦੇ ਉੱਤੇ ਆਪਣੀ ਫੌਜ ਦੇ ਉੱਤੇ ਹੰਕਾਰ ਕਰਦਾ ਕਿ ਮੈਨੂੰ ਬਚਾ ਲੈਣਗੇ। ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ। ਸਭ ਤੇ ਆਪ ਜਾਣੇ ਬਲਵੰਤ, ਕਹਿੰਦਾ ਜਿਹੜਾ ਇਹ ਹੰਕਾਰ ਕਰੇ ਨਾ ਕਿ ਮੇਰੇ 'ਚ ਬਲ ਬੜਾ, ਮੈਂ ਬਹੁਤ ਤਾਕਤਵਰ ਹਾਂ, ਮੇਰੀਆਂ ਬਾਹਾਂ 'ਚ ਜ਼ੋਰ ਬੜਾ, ਕੋਈ ਆਵੇ ਮੇਰੇ ਲਾਗੇ ਮੈਂ ਖੜ ਨਹੀਂ ਦਿੰਦਾ। ਕਈ ਐਸੇ ਹੁੰਦੇ ਆ ਜਿਨ੍ਹਾਂ ਨੂੰ ਆਪਣੀਆਂ ਬਾਹਾਂ ਦਾ ਬੜਾ ਬਲ ਹੁੰਦਾ, ਤੇ ਉਹ ਕਹਿੰਦੇ ਮੇਰੇ ਲਾਗੇ ਕੋਈ ਆਵੇ ਸਹੀ, ਮੈਂ ਤੇ ਮਾਰ ਕੇ ਮੁੱਕੀ ਉਹ ਕਰ ਦਿਆਂਗਾ, ਜਾਨ ਕੱਢ ਦਿਆਂਗਾ। ਸਭ ਤੇ ਆਪ ਜਾਣੇ ਬਲਵੰਤ। ਮਾਰੇ ਕਹਿੰਦੇ ਖਿਨਮੈ ਹੋਏ ਜਾਏ ਪਸਮੰਤ, ਇੱਕ ਖਿਣ ਦੇ ਵਿੱਚ ਪਰਮੇਸ਼ਰ ਨੂੰ ਪਸਮੰਤ, ਭਸਮ ਦੀ ਢੇਰੀ ਬਣਾ ਕੇ ਰੱਖ ਦਿੰਦਾ ਹੈ। ਜਿਹੜਾ
ਜਿਨ੍ਹਾਂ ਨੇ ਕੀਤਾ ਹੁੰਦਾ ਨਾ ਜਵਾਨੀ ਦੇ ਵਿੱਚ ਬੜੀ ਤਾਕਤ ਵਿਖਾਈ ਹੁੰਦੀ ਹੈ, ਕਦੇ ਜ਼ੋਰ ਨਾਲ ਕਹਿੰਦੇ ਅਸੀਂ ਜੀਂਦੇ ਹਾਂ, ਤੇ ਜਦੋਂ ਬੁਢੇਪਾ ਆਉਂਦਾ ਨਾ ਫਿਰ ਉਹਨਾਂ ਦੇ ਪਰਿਵਾਰ ਦੇ ਬੱਚੇ ਉਹਨੂੰ ਚੁੱਕ ਕੇ ਬਾਹਰ ਕੱਢ ਦਿੰਦੇ, ਕਹਿੰਦੇ ਹੁਣ ਦਿਖਾ ਆਪਣੀ ਤਾਕਤ। ਬੜਾ ਜਵਾਨੀ ਚ ਉਛਲਦਾ ਸੀ ਕਿ ਮੇਰੇ ਜਿੰਨੀ ਤਾਕਤ ਕਿਸੇ ਕੋਲ ਨਹੀਂ ਹੈਗੀ, ਤੇ ਪਰਮੇਸ਼ਰ ਨੂੰ ਭਸਮ ਦੀ ਢੇਰੀ ਦੇ ਬਰਾਬਰ ਕਰ ਦਿੰਦਾ ਬੁਢੇਪੇ ਵੇਲੇ। ਖਿਣਮੈ ਹੋਏ ਜਾਏ ਪਸਮੰਤ, ਤੇ ਫਿਰ ਅਖੀਰ ਵੇਲੇ ਭਸਮ ਦੀ ਢੇਰੀ ਹੋ ਜਾਂਦਾ, ਇੱਕ ਖਿਣ ਦੇ ਵਿੱਚ ਪਰਮੇਸ਼ਰ ਉਹਨੂੰ ਕਰ ਦਿੰਦਾ। ਸਭ ਤੇ ਆਪ ਜਾਣੇ ਬਲਵੰਤ, ਜਿਹੜਾ ਆਪਣੇ ਆਪ ਨੂੰ ਬਲ ਵਾਲਾ ਕਹਿੰਦਾ ਸੀ, ਪਰਮੇਸ਼ਰ ਨੇ ਉਹਨੂੰ ਫੜ ਕੇ ਸਵਾਹ ਕਰ ਦਿੱਤਾ, ਇੱਕ ਛਿਣ ਦੇ ਵਿੱਚ ਸਵਾਹ ਬਣਾ ਦਿੱਤਾ। ਅੱਗ ਲੱਗੀ ਤੇ ਜਿਹੜੇ ਸਰੀਰ ਦਾ ਮਾਣ ਕਰਦਾ ਸੀ ਮਿੱਟੀ ਦੀ ਢੇਰੀ ਹੋ ਗਈ, ਸਵਾਹ ਦੀ ਢੇਰੀ ਹੋ ਗਈ। ਕਿਸੇ ਨਾ ਵਧੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਮਾਰੇ ਕਹਿੰਦੇ ਕਿਸੇ ਨਾ ਵਧੈ ਆਪ ਅਹੰਕਾਰੀ, ਜੋ ਕਿਸੇ ਨੂੰ ਵਧੈ ਮਨ ਦਾ ਭਾਵ ਗਿਣਦਾ ਹੀ ਨਹੀਂ ਸੀ, ਭਾਵ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਸੀ। ਕਿਸੇ ਨਾ ਵਧੈ ਆਪ ਅਹੰਕਾਰੀ, ਆਪਣੇ ਆਪ ਦਾ ਬੜਾ ਹੰਕਾਰ ਸੀ ਕਿ ਮੈਂ ਹੀ ਬੰਦਿਆਂ 'ਚ ਬੰਦਾ ਹੈ, ਸੰਸਾਰ ਦੇ ਲੋਕ ਤੇ ਐਵੇਂ ਮੈਨੂੰ ਟਿੱਚ ਜਾਣਦਾ ਸੀ, ਲੋਕਾਂ ਨੂੰ ਕਿਸੇ ਨੂੰ ਲਾਗੇ ਨਹੀਂ ਸੀ ਢੁਕਣ ਦਿੰਦਾ, ਟਿੱਚ ਜਾਣਦਾ ਸੀ ਕਿ ਇਹਦੀ ਕੀ ਔਕਾਤ ਹੈ, ਛੋਟਾ ਬੰਦਾ, ਦੁੱਧ ਕਈ ਕਰ ਦਿੰਦੇ ਨਾ, ਦੁੱਕੀ ਦਾ ਬੰਦਾ, ਇਹਦੇ ਨਾਲ ਕੀ ਮੂੰਹ ਲਾਉਣਾ। ਮਾਰੇ ਕਹਿੰਦੇ ਜਿਹੜਾ ਬੰਦੇ ਨੂੰ ਬੰਦਾ ਨਹੀਂ ਸੀ ਨਾ ਸਮਝਦਾ, ਕਿਸੇ ਨਾ ਵਧੈ ਆਪ ਹੰਕਾਰੀ, ਆਪਣੇ ਆਪ ਤੇ ਹੰਕਾਰ ਕਰਦਾ ਸੀ। ਧਰਮ ਰਾਏ ਤਿਸ ਖਰੇ ਖੁਆਰੀ, ਫਿਰ ਧਰਮਰਾਜ ਦੇ ਦਰਬਾਰ 'ਚ ਨਾ ਇਹੋ ਜਿਹਾ ਬੰਦਾ, ਮਾਰੇ ਕਹਿੰਦੇ ਦੋਵੇਂ ਹੱਥ ਜੋੜ ਕੇ ਤੇ ਖਲੋਤਾ ਹੁੰਦਾ ਤੇ ਧਰਮਰਾਜ ਦੇ ਖੁਆਰੀ ਕਰਦਾ ਹੈ, ਚੰਗਾ ਹੈ, ਕਿਤੇ ਨਰਕਾਂ 'ਚ ਉੱਧਰ ਨੂੰ ਭੇਜ ਦਿੰਦਾ, ਕਿਤੇ ਉੱਧਰ ਨੂੰ ਭੇਜ ਦਿੰਦਾ। ਜਮ ਗਲ ਦੇ ਵਿੱਚ ਸੰਗਲ ਫਲ ਪਾ ਕੇ ਧੂੰਦੇ ਫਿਰਦੇ ਰਹਿੰਦੇ ਆ, ਤੇ ਫਿਰ ਉਹਨੂੰ ਯਾਦ ਆਉਂਦਾ ਕਿ ਮੈਂ ਤੇ ਫਲਾਣੇ ਸਮੇਂ ਬੰਦਿਆਂ ਨੂੰ ਟਿੱਚ ਨਹੀਂ ਸਮਝਦਾ ਹੁੰਦਾ ਸੀ, ਤੇ ਆਹ ਮੇਰਾ ਕੀ ਹਾਲਤ ਹੋ ਗਈ। ਕਿਸੇ ਨਾ ਵਧੈ ਆਪ ਹੰਕਾਰੀ, ਮਾਰੇ ਕਹਿੰਦੇ ਕਿਸੇ ਨੂੰ ਕੁਛ ਮੰਨਦਾ ਹੀ ਨਹੀਂ ਹੁੰਦਾ, ਗਿਣਦਾ ਹੀ ਨਹੀਂ ਸੀ ਹੁੰਦਾ, ਤੇ ਹੰਕਾਰ ਹੀ ਬੜਾ ਕਰਦਾ ਸੀ। ਪਰ ਧਰਮ ਰਾਜਾ ਨੂੰ ਫਿਰ ਖੁਆਰ ਕਰਦਾ, ਬੇਇੱਜ਼ਤ ਕਰਦਾ, ਉਹਦੇ ਗਲ 'ਚ ਪਾ ਕੇ ਸੰਗਲ, ਜਮਾਂ ਨੂੰ ਕਹਿੰਦਾ ਧੂਓ ਇਹਨੂੰ ਲੈ ਕੇ ਸੰਗਲ ਪਾ ਕੇ ਲੈ ਜਾਓ ਇਹਨੂੰ ਨਰਕਾਂ ਦੇ ਵਿੱਚ। ਗਲ ਸੰਗਲ ਘੱਟ ਚਲਾਇਆ, ਫਿਰ ਉਹਨੂੰ ਚਲਾਇਆ ਜਾਂਦਾ। ਇਸ ਤਰ੍ਹਾਂ ਜਿਹੜੇ ਮਨੁੱਖ ਹੰਕਾਰੀ ਹੁੰਦੇ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪਰਵਾਨ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਜਿਸ ਦਾ ਜਾ ਕਾ ਮਿਟੈ ਅਭਿਮਾਨ, ਜਿਹਦਾ ਅਭਿਮਾਨ ਮਿਟ ਗਿਆ, ਜਿਹਦਾ ਹੰਕਾਰ ਮਿਟ ਗਿਆ, ਸੋ ਜਨ ਨਾਨਕ ਦਰਗਹਿ ਪ੍ਰਵਾਨ। ਮਾਰੇ ਕਹਿੰਦੇ ਉਹ ਮਨੁੱਖ ਦਰਗਾਹ 'ਚ ਪ੍ਰਵਾਨ ਹੋ ਜਾਂਦਾ, ਜਿਹਦਾ ਹੰਕਾਰ ਮਿਟ ਜਾਂਦਾ ਹੈ। ਜਿਹੜਾ ਹੰਕਾਰ ਕਰਦਾ ਨਹੀਂ ਹੈ, ਜਿਹੜਾ ਹੰਕਾਰ ਖਤਮ ਕਰ ਦਿੰਦਾ ਆਪਣੇ ਆਪ ਦੇ ਵਿੱਚੋਂ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਉਹ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ। ਪਰਮੇਸ਼ਰ ਦੀ ਦਰਗਹਿ ਦੇ ਵਿੱਚ ਉਹਦਾ ਮਾਣ ਸਤਿਕਾਰ ਹੁੰਦਾ ਹੈ, ਸਾਰੇ ਉਹਨੂੰ ਪਿਆਰ ਕਰਦੇ ਦਰਗਾਹ ਦੇ ਵਿੱਚ, ਕਹਿੰਦੇ ਆਓ ਜੀ ਤੁਸੀਂ ਗੁਰੂ ਦਾ ਸ਼ਬਦ ਜਪਿਆ, ਆਓ ਬੈਠੋ ਆਪਾਂ ਸਿਮਰਨ ਕਰੀਏ। ਗੁਰ ਪ੍ਰਸਾਦ ਜਾਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ। ਉਹ ਮਨੁੱਖ ਫਿਰ ਦਰਗਾਹ ਦੇ ਵਿੱਚ ਪ੍ਰਮਾਣ ਹੋ ਜਾਂਦਾ। ਹੁਣ ਸਾਧ ਸੰਗਤ ਇੱਥੇ ਇੱਕ ਗੱਲ ਹੋਰ ਰੋਕ ਕੇ ਮੈਂ ਕਹਿ ਦੇਵਾਂ ਕਿ ਇਹਦਾ ਭਾਵ ਇਹ ਨਹੀਂ ਆ ਕਿ ਮਨੁੱਖ ਨੇ ਨਿਮਰਤਾ ਇੰਨੀ ਵਿਖਾਉਣੀ ਕਿ ਕੋਈ ਆ ਗਿਆ ਚੜ੍ਹ ਕੇ ਤੇ ਭਾਵੇਂ ਚਾਰ ਚਪੇੜਾ ਮਾਰ ਗਿਆ ਤੇ ਉਹਨੂੰ ਕਹਿਣਾ ਕੋਈ ਗੱਲ ਨਹੀਂ। ਮਹਾਰਾਜ ਨੇ ਕਿਹਾ ਆਪਣੇ ਮਨ 'ਚੋਂ ਹੰਕਾਰ ਨਹੀਂ ਕਰਨਾ, ਜੇ ਤੇਰੇ ਤੇ ਕੋਈ ਚੜ੍ਹ ਕੇ ਆਉਂਦਾ ਤੇ ਉਹਨੂੰ ਸੋਧਣਾ ਵੀ ਹੈ, ਉਹਦੇ ਲਈ ਤਿਆਰ ਵੀ ਰਹਿਣਾ ਹੈ, ਕਿਉਂਕਿ ਇਹ ਵੀ ਸਾਡਾ ਧਰਮ ਹੈ। ਇੱਕ ਮੀਰੀ ਤੇ ਪੀਰੀ ਨਾਲ ਨਾਲ ਚੱਲਦੇ ਆ ਸਿੱਖ ਦੇ। ਬਾਣੀ, ਬੰਦਗੀ, ਭਜਨ ਇਹ ਨਿਮਰਤਾ ਸਿਖਾਉਂਦੀ ਆ, ਤੇ ਮੀਰੀ ਕਹਿੰਦੀ ਆ ਵੇਖੀ ਕਿਤੇ ਐਵੇਂ ਕੋਈ ਦਿਨ ਪੈਰਾਂ 'ਚ ਰੋਲ ਕੇ ਨਾ ਚੱਲ ਜੇ, ਤਿਆਰ ਬਰ ਤਿਆਰ ਵੀ ਰਹੀ। ਇਸ ਕਰਕੇ ਮਨੁੱਖ ਨੇ ਹੰਕਾਰ ਵੀ ਨਹੀਂ ਕਰਨਾ, ਪਦਵੀ ਦਾ, ਬਲ ਦਾ, ਤਾਕਤ ਦਾ, ਲਸ਼ਕਰ ਦਾ ਹੰਕਾਰ ਨਹੀਂ ਕਰਨਾ। ਪਰ ਜੇ ਕੋਈ ਚੜ੍ਹ ਕੇ ਆਉਂਦਾ ਤੇ ਉਹਨੂੰ ਬਖਸ਼ਣਾ ਵੀ ਨਹੀਂ। ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਕੋਟ ਕਰਮ ਕਰੋੜਾ ਕਰਮ ਕਰੇ, ਕਰੋੜਾ ਕਰਮ ਕਰੇ ਜੋ ਹਉ ਧਾਰੇ, ਹਉਦਾਰ ਤੋਂ ਹੰਕਾਰ ਕਰਕੇ ਕਰੋੜਾ ਕਰਮ ਕਰਦਾ ਜਿਹੜਾ, ਸ਼ਰਮ ਪਾਵੈ ਸਗਲੇ ਬਿਰਥਾਰੇ। ਮਾਰੇ ਕਹਿੰਦੇ ਆ ਇੰਨੇ ਕਰੋੜਾ ਕਰਮ ਕਰਕੇ ਹੰਕਾਰ ਦੇ ਵਿੱਚ ਕਰੋੜਾ ਹੀ ਕਰਮ ਕਰਦਾ ਰਹਿੰਦਾ ਮਨੁੱਖ। ਇੰਨਾ ਕੁਝ ਕਰਨ ਤੋਂ ਬਾਅਦ ਕੀਤੇ ਹੋਏ ਕਰਮਾਂ ਦਾ ਥਕੇਵਾਂ, ਸ਼ਰਮ ਪਾਵੈ ਸਗਲੇ ਬਿਰਥਾਰੇ। ਮਾਰੇ ਕਹਿੰਦੇ ਥੱਕ ਜਾਂਦਾ ਕਰਮ ਕਰਦਾ ਕਰਦਾ। ਸ਼ਰਮ ਦਾ ਅਰਥ ਹੁੰਦਾ ਥਕੇਵਾਂ, ਥੱਕ ਜਾਂਦਾ ਹੈ, ਪਾਵੈ ਥਕੇਵਾਂ ਹੋ ਜਾਂਦਾ ਹੈ ਇਹਨੂੰ, ਸਗਲੇ ਬਿਰਥਾਰੇ, ਤੇ ਜਿਹੜੇ ਕੀਤੇ ਹੋਏ ਕਰਮ ਸਾਰੇ ਬਿਰਥੇ ਚਲੇ ਜਾਂਦੇ। ਕਈ ਕਰਦੇ ਨਾ ਹੰਕਾਰ ਵਿੱਚ ਆ ਕੇ ਮੈਂ ਇੰਨਾ ਪੁੰਨ ਕੀਤਾ, ਮੈਂ ਦਾਨ ਕੀਤਾ, ਅੱਜ ਮੈਂ ਗੁਰਦੁਆਰੇ 4 ਪੱਖੇ ਚੜਾ ਕੇ ਆਇਆ, ਅੱਜ ਮੈਂ ਗੁਰਦੁਆਰੇ ਟਾਈਲਾਂ ਲਵਾਈਆਂ। ਹੰਕਾਰ ਕਰਦੇ ਆ ਨਾ ਕਈ
कि मैं वो कई बार की होंगे कि वो गुरुद्वारे के सिल पत्थर जहा लगा होंगे तो अपना नाम लिखाया होंगे जां अपने वड्डियां का। वो जो कोई रिश्तेदार होंगे उन्होंने गुरुद्वारे लै जाते, आओ तुहानूं गुरुद्वारे दर्शन करा के आईए। उत्थे असीं बड़ा सुंदर टाइलां लवाइयां, नाले उत्थे जाते नाले पहलों उस पत्थर के कोल लैके जाते, आ बापू जी की याद च लवाया। महाराज कहते इस तरह जिहड़े कर्म करदा ना, हौं धारे हंकार करके, कोट कर्म करे हौं धारे, शर्म पावे सगले बिरतारे, थक जाता है तो ये सारे बिरते चले जाते, किसी लेखे नहीं पैंदे। अनिक तपस्या करे अहंकार, नरक सुरग फिर अवतार। अनिक तपस्या, अनेका तरह की तपस्या करता है, हंगता विच आके, हंकार विच आके, नरक सुरग फिर अवतार, दोबारा दोबारा नरक च आउंदा, वार वार जमदा है, वार वार मरदा है, किते तपस्या करके स्वर्ग प्राप्त हो जाता है, तो फिर तपस्या करके इत्थे आके संसार दे विच आके ते फिर विकार कमाउंदा है, तो फिर अगली बारी नरक प्राप्त हो जाता। तपो राज राजो नरक, तप कीता ते स्वर्ग मिलता है, तप कीतिया राज मिलता है, तो फिर जो इत्थे आके कर्म भोग जाता तो फिर उस तो बाद विकार कमा के फिर नरक मिल जाता। अनिक तपस्या करे अहंकार, तपस्या करता तो सारे दसदा मैं इन्नी तपस्या की, मैं इन्ना चिर पानी च खड़ा रहा, पानी च खड़ के इन्नी तपस्या की, परमेश्वर मेरे ते प्रसन्न हो गया, मैनू सिद्धि प्राप्त हो गई, मैनू रिद्धि प्राप्त हो गई। महाराज कहते अनिक तपस्या करे अहंकार, अहंकार दे विच आके जिहड़ा तपस्या करता है, तपस्या सिख भी करता है, साध संगत अमृत वेले उठना तपस्या ही है। कौन उठता है अमृत वेले? हर कोई नहीं उठ सकता। अमृत वेले उठना, इशनान करके भजन बंदगी करनी, फिर सारा दिन कोई भी विकार नूं अपने लागे ना आउण देना, सारे नाल निमरता नाल गल करनी, कार विहार दे विच चंगे बन के रहना, तो फिर उस तो बाद शाम नूं रह राज का पाठ, फिर कीर्तन कथा संगत करनी, ये भी तपस्या ही है। पर महाराज कहते आ ये हंकार नहीं होण दिंदी, ते प्यार नाल करदा सिख, क्योंकि जे प्यार ना हो तो अमृत वेले कोई उठे ना, प्यार हुंदा ते गुरु नाल फिर ही उठदे हैं। ये तो प्यार वाली तपस्या है। पर जिहड़ी ये तपस्या हुंदी ना, दूसरी तपस्या करते जंगलों च जाके दूजा दूजा, वो हंकार करके करते कि रिद्धियां सिद्धियां मिल जाण, लोगों को विखाईए, हंकार करते मैं इन्नी तपस्या की। मार कहते फिर नरक सुरग फिर अवतार, वार वार जमदा है, वार वार मरदा है, किते नरकां च सुटिया जांदा, किते स्वर्गां च तुरिया फिरदा। अनिक जतन कर आत्म नहीं द्रवै, हर दरगह को कैसे गवै। मारे कहते आ हर दरगह को कैसे गवे, अनिक जतन कर आत्म नहीं द्रवै। मारे कहते अनेका यतन करके, उदम करके, आत्म जे मन परमेश्वर दे, वाहिगुरु दे, सतगुरु दे नाम दे विच द्रव नहीं होया, निर्मल नहीं होया, जे मन टिकिया ना, जे आत्मा पवित्र नहीं हुई, इन्ने यतन करके हर दरगे को कैसे गवे। मारे कहते फिर दरगाह च भाई किवें जाएगा, किवें परमेश्वर दे दर ते कबूल होएगा, जे तू इन्ने यतन किए, तपस्या की, इन्ना कुछ किया, ते जे तेरा मन ही ना टिकिया, जे मन ही ना द्रविया, द्रव होंदा नम्र भाव, जे तेरे अंदर नम्र भाव ही नहीं आया, जे तेरा मन ही ना टिकिया, तो तू दरगाह च किवें कबूल होएगा। हर दरगाह को कैसे गवे, उस हरी की दरगाह, उस परमेश्वर की दरगाह च किवें जाएगा भलिया, ये सोच इन्ना यतन करने दे नाल फायदा कुछ होया ही। हर दरगे को कैसे गवे, किवें पहुंचेगा। आपस को जो भला कहावै, ते सह भुलाई निकट ना आवे। जिहड़ा अपने आप को कहंदा ना मैं बड़ा चंगा पुरुष हां, मैं बहुत चंगा, दूसरिਆਂ ਦੇ कई ਹੁੰਦੇ ਆ अपनी वडियाई कर लग पैंदे आ, दूसरिਆਂ ਦੀ निंदा ते अपनी वडियाई, मैं तो नहीं आ काम आ फलाना बहुत माड़ा करदा, मैं तो नहीं इदां करदा हुंदा, करदे आ ना कई। आ जिहड़ा कारज है ना, मैं नहीं, मैं तो बहुत चंगी तरह करदा, ये फलाने नूं ते अकल नहीं हैगी। महाराज कहते जिहड़े अपने आप नूं इदां कहंदे ना मैं बड़ा चंगा, महाराज कहते ते भुलाई निकट ना आवे। भलाई जिहड़ी है ना, चंगियाई ਉਹਦੇ नेड़े भी नहीं आती, वो अंदरों विकारी हुंदा। सर्ब की रेन जाका मन होए, कहो नानक ताकी निर्मल सोए। महाराज कहंदे आ सारियां दी रेन, चरनां दी धूड़ जिस मनुख दा मन हो जाए ना सिखो, कहो नानक ताकी निर्मल सोए। महाराज कहंदे ओदी वडियाई, ओदी शोभा जिहड़ी है वो निर्मल आ, उज्जल हो जाती, हर जगह के उत्ते ओदी शोभा हुंदी है। कहो नानक ताकी निर्मल सोए, दरगाह दे विच, हरी दी दरगाह च भी ओदी शोभा हुंदी है।
ਉਹਨੂੰ ਹਰ ਕੋਈ ਸਲਾਹੁੰਦਾ, ਜਿਹਦਾ ਮਨ ਸਾਰਿਆਂ ਦੀ ਰੇਣ ਹੋ ਜਾਂਦਾ ਹੈ, ਜਿਹੜਾ ਸਾਰਿਆਂ ਦੀ ਚਰਨਾਂ ਦੀ ਧੂੜ ਬਣ ਕੇ ਰਹਿ ਜਾਂਦਾ ਹੈ, ਉਹ ਫਿਰ ਸਭ ਤੋਂ ਉੱਚੀ ਪਦਵੀ ਪਾਉਂਦਾ ਹੈ। ਕਹੋ ਨਾਨਕ ਤਾਕੀ ਨਿਰਮਲ ਸੋਏ, ਨਿਰਮਲ ਵਡਿਆਈ ਹੁੰਦੀ ਹੈ, ਸਾਰੇ ਉਹਦੀ ਵਡਿਆਈ ਕਰਦੇ। ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ। ਮਾਰੇ ਕਹਿੰਦੇ ਜਿੰਨਾ ਚਿਰ ਜਾਣੇ ਹੰਕਾਰ ਵਿੱਚ ਆ ਕੇ ਕਵੇ ਕਿ ਮੈਂ ਹੀ ਸਾਰਾ ਕੁਝ ਕਰਨ ਵਾਲਾ, ਮੈਂ ਹੀ ਆਹ ਕੀਤਾ, ਮੈਂ ਹੀ ਉਹ ਕੀਤਾ, ਮੈਂ ਨਾ ਕਰਦਾ ਤੇ ਇੱਥੇ ਆ ਹੋਣਾ ਹੀ ਨਹੀਂ ਸੀ। ਕਈ ਕਰਦੇ ਆ ਨਾ, ਜੇ ਮੈਂ ਨਾ ਕਰਦਾ ਤੇ ਆ ਕੰਮ ਕਿਸੇ ਨੇ ਨਹੀਂ ਸੀ ਕਰਨਾ। ਜਬ ਲੱਗ ਜਾਣੇ ਮੁਝ ਤੇ ਕਛ ਹੋਏ, ਜਦੋਂ ਤੱਕ ਇਹ ਜਾਣਦਾ ਨਾ ਮੇਰੇ ਤੋਂ ਬਿਨਾ ਕੰਮ ਹੋ ਹੀ ਨਹੀਂ ਸੀ ਸਕਦਾ। ਕਈ ਐਸੇ ਹੁੰਦੇ ਆ, ਕਹਿੰਦੇ ਗੁਰਦੁਆਰੇ ਫਿਲਟਰ ਲੱਗਣਾ ਸੀ ਤੇ ਮੈਂ ਨਾ ਲਵਾਉਂਦਾ ਤੇ ਇੱਥੇ ਦੇ ਲੋਕਾਂ ਨੇ ਧਿਆਈ ਮਰ ਜਾਣਾ ਸੀ ਗੰਦਾ ਪਾਣੀ ਪੀ ਪੀ ਕੇ। ਮਾਰੇ ਕਹਿੰਦੇ ਜਬ ਲੱਗ ਜਾਣੇ ਮੁਝ ਤੇ ਕਛ ਹੋਏ, ਜਦੋਂ ਤੱਕ ਇਹ ਜਾਣਦਾ ਨਾ ਮੇਰੇ ਤੋਂ ਹੀ ਸਾਰਾ ਕੁਝ ਹੋ ਰਿਹਾ, ਤਬ ਇਸ ਕੋ ਸੁਖ ਨਾ ਹੀ ਕੋਏ, ਉਦੋਂ ਤੱਕ ਕਿਵੇਂ ਸੁਖ ਪਾਲੇਗਾ ਭਲਿਆ। ਤਬ ਇਸ ਕੋ ਸੁਖ ਨਾ ਹੀ ਕੋਏ, ਮਾਰੇ ਕਹਿੰਦੇ ਉਦੋਂ ਤੱਕ ਇਹਨੂੰ ਸੁਖ ਨਹੀਂ ਮਿਲਣਾ। ਸੁਖ ਪਾਉਣਾ ਹੈ ਤੇ ਸਾਰਾ ਕੁਝ ਪਰਮੇਸ਼ਰ ਤੇ ਛੱਡ ਦੇ। ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਦੋਂ ਤੱਕ ਇਹ ਜਾਣਦਾ ਨਾ ਕਿ ਮੈਂ ਹੀ ਸਾਰਾ ਕੁਝ ਕਰਦਾ, ਮੈਂ ਹੀ ਪਰਿਵਾਰ ਪਾਲਦਾ ਹੈ, ਮੈਂ ਵੀ ਸਾਰਿਆਂ ਨੂੰ ਪਾਲਦਾ ਹੈ, ਮੇਰੇ ਵਰਕਰ ਵੀ ਮੇਰਾ ਹੀ ਕਰਕੇ ਕੰਮ ਕਰਦੇ ਆ, ਜੇ ਮੈਂ ਨਾ ਹੁੰਦਾ ਤੇ ਇਹਨਾਂ ਨੂੰ ਕੌਣ ਦੇਣ ਵਾਲਾ ਸੀ। ਮਰ ਕਹਿੰਦੇ ਜਿੰਨਾ ਚਿਰ ਮੈਂ ਕਰਦਾ ਰਹਿੰਦਾ ਨਾ, ਜਬ ਜਾਣੇ ਮੈਂ ਕਿਛ ਕਰਤਾ ਕਿ ਮੈਂ ਹੀ ਕਰਨ ਵਾਲਾ, ਜੇ ਮੈਂ ਨਾ ਹੁੰਦਾ ਤੇ ਇੱਥੇ ਆਹ ਕਾਰਜ ਹੋਣਾ ਹੀ ਨਹੀਂ ਸੀ। ਤੇ ਮਹਾਰਾਜ ਕਹਿੰਦੇ ਤਬ ਲੱਗ ਗਰਭ ਜੋਨ ਮੈਂ ਫਿਰਦਾ, ਉਹਨਾਂ ਚਿਰ ਇਹ ਗਰਭ ਜੂਨੀਆਂ 'ਚ ਫਿਰਦਾ ਰਹਿੰਦਾ। ਇਹ ਤਾਂ ਮਨੁੱਖ ਦਾ ਸਾਧ ਸੰਗਤ ਇੱਕ ਸੁਭਾਅ ਹੀ ਹੁੰਦਾ ਕਿ ਮੈਂ ਨਹੀਂ ਤੇ ਹੋਣਾ ਹੀ ਨਹੀਂ। ਤੇ ਜਿਹੜੇ ਚਲੇ ਜਾਂਦੇ ਸੰਸਾਰ ਨੂੰ ਛੱਡ ਕੇ, ਜਿਨ੍ਹਾਂ ਦੀ ਮੌਤ ਹੋ ਜਾਂਦੀ, ਪਰਿਵਾਰ ਉਹਨਾਂ ਦਾ ਵੀ ਚੱਲਦਾ ਰਹਿੰਦਾ, ਬੱਚੇ ਉਹਨਾਂ ਦੇ ਵੀ ਚੱਲਦੇ ਰਹਿੰਦੇ, ਬੱਚੇ ਉਹਨਾਂ ਦੇ ਵੀ ਪੜ੍ਹਦੇ ਆ, ਸਾਰਾ ਕੁਝ ਹੁੰਦਾ ਹੈ, ਪਰਿਵਾਰ ਇਸੇ ਤਰ੍ਹਾਂ ਚੱਲਦੇ ਰਹਿੰਦੇ ਆ। ਤੇ ਬੰਦੇ ਨੂੰ ਹੰਕਾਰ ਹੁੰਦਾ ਕਿ ਮੈਂ ਆ ਤੇ ਮੇਰਾ ਪਰਿਵਾਰ ਚੱਲੇਗਾ, ਮੇਰੇ ਤੋਂ ਬਿਨਾਂ ਇਹ ਪਤਾ ਨਹੀਂ ਕਿੱਦਾਂ ਰਹਿਣਗੇ। ਚਿੰਤਾ ਹੁੰਦੀ ਹੈ ਨਾ, ਮੈਂ ਕਰਦਾ ਰਹਿੰਦਾ। ਪਰ ਮਹਾਰਾਜ ਕਹਿੰਦੇ ਆ ਭਾਈ ਮੈਂ ਜਿੰਨਾ ਚਿਰ ਕਰਦਾ ਰਹੇਗਾ ਨਾ, ਉਹਨਾਂ ਚਿਰ ਗਰਭ ਜੋਨੀਆਂ 'ਚ ਫਿਰਨਾ ਪੈਣਾ ਹੈ, ਉਹਨਾਂ ਚਿਰ ਤੇਰਾ ਭਲਾ ਨਹੀਂ ਹੋਣਾ। ਤਬ ਲੱਗ ਗਰਭ ਜੋਨ ਮੈਂ ਫਿਰਦਾ, ਉਹਨਾਂ ਚਿਰ ਗਰਭ ਜੋਨੀਆਂ 'ਚ ਫਿਰਦਾ ਰਹੇਗਾ। ਜਬ ਧਾਰੇ ਕੋ ਬੈਰੀ ਮੀਤ, ਤਬ ਲੱਗ ਨੇਚਲ ਨਾਹੀ ਚੀਤ। ਜਿੰਨਾ ਚਿਰ ਇਹ ਸੋਚੀ ਜਾਵੇ ਆ ਮੇਰਾ ਵੈਰੀ ਆ, ਆ ਮੇਰਾ ਮਿੱਤਰ ਆ। ਜਬ ਲੱਗ ਜਾਣੇ ਜਬ ਧਾਰੇ ਕੋ ਬੈਰੀ ਮੀਤ, ਕਿ ਇਹ ਮੇਰਾ ਬੈਰੀ ਆ, ਮਨ ਕਰਕੇ ਕਿਸੇ ਨੂੰ ਕਹਿੰਦਾ ਮੇਰਾ ਬੈਰੀ ਬੜਾ ਵੱਡਾ ਦੁਸ਼ਮਣ ਆ, ਇਹਦੀ ਮੈਂ ਇੱਟ ਨਾਲ ਇੱਟ ਖੜਕਾਉਣੀ, ਇੱਕ ਦਿਨ ਇਹਨੂੰ ਕਰਕੇ ਦਿਖਾਉਣਾ, ਇਹਦਾ ਮੈਂ ਵੇਖੀ ਨਾਸ਼ ਕਰ ਦੇਣਾ। ਤੇ ਇੱਕ ਕਈਆਂ ਨੂੰ ਮਿੱਤਰ ਕਹਿੰਦਾ ਇਹ ਮੇਰਾ ਬੜਾ ਪਿਆਰਾ ਮਿੱਤਰ ਆ, ਮੇਰੀ ਹਰ ਗੱਲ ਮੰਨਦਾ। ਜਬ ਧਾਰੇ ਮਨ 'ਚ ਧਾਰਨ ਕਰਦਾ ਬੈਰੀ ਮੀਤ ਵਾਲੀ ਜਿਹੜੀ ਬੁੱਧੀ ਲੈ ਕੇ ਤੁਰਿਆ ਫਿਰਦਾ। ਤਬ ਲੱਗ ਨੇਚਣ ਨਾਹੀ ਚੀਤ, ਮਾਰੇ ਕਹਿੰਦੇ ਉਹਨਾਂ ਚਿਰ ਨੇਚਲ ਤੇਰਾ ਜਿਹੜਾ ਮਨ ਜਿਹੜਾ ਉਹ ਅਚਲ ਨਹੀਂ ਹੋਣਾ। ਤਬ ਲੱਗ ਨੇਚਲ ਨਾਹੀ ਚੀਤ, ਉਹਨਾਂ ਚਿਰ ਮਨ ਨਹੀਂ ਟਿਕਣਾ ਤੇਰਾ, ਉਹਨਾਂ ਚਿਰ ਭਟਕਦਾ ਰਹਿਣਾ। ਕਿਉਂਕਿ ਸਾਰਿਆਂ ਨੂੰ ਜੇ ਪਰਮੇਸ਼ਰ ਦਾ ਰੂਪ ਕਰਕੇ ਨਾ ਜਾਣਾਂਗੇ, ਮਾੜੇ ਨੂੰ ਚੰਗੇ ਨੂੰ ਇੱਕੋ ਬਰਾਬਰ ਨਾ ਜਾਣਾਂਗੇ, ਦੁਸ਼ਮਣ ਨੂੰ ਮਿੱਤਰ ਨੂੰ ਇੱਕ ਬਰਾਬਰ ਨਹੀਂ ਜਾਣਾਂਗੇ, ਉਹਨਾਂ ਚਿਰ ਪਰਮੇਸ਼ਰ ਦਾ ਪਿਆਰ ਮਨ 'ਚ ਨਹੀਂ ਆਉਂਦਾ, ਉਹਨਾਂ ਚਿਰ ਮਨ ਨਹੀਂ ਟਿਕਦਾ। ਤਬ ਲੱਗ ਨੇਚਣ ਨਾਹੀ ਚੀਤ, ਤਬ ਲੱਗ ਉਦੋਂ ਤੱਕ ਮਨ ਜਿਹੜਾ ਟਿਕਦਾ ਨਹੀਂ। ਜਬ ਲੱਗ ਮੋਹ ਮਗਨ ਸੰਗ ਮਾਏ, ਤਬ ਲੱਗ ਧਰਮ ਰਾਏ ਦੇ ਸਜਾਏ। ਜਦੋਂ ਤੱਕ ਮਨੁੱਖ ਮੋਹ ਦੇ ਵਿੱਚ ਮਗਨ ਸੰਗ ਮਾਏ, ਮਾਇਆ ਦੇ ਵਿੱਚ ਮੋਹ ਦੇ ਵਿੱਚ ਮਗਨ ਰਹਿੰਦਾ, ਉਹਨਾਂ ਚਿਰ ਤਬ ਲੱਗ ਧਰਮ ਰਾਏ ਦੇ ਸਜਾਏ, ਉਦੋਂ ਤੱਕ ਧਰਮ ਰਾਜਾ ਇਹਨੂੰ ਸਜ਼ਾਵਾਂ ਦਿੰਦਾ ਰਹਿੰਦਾ। ਭਾਵ ਵਾਰ-ਵਾਰ ਜੰਮਦਾ ਹੈ, ਮਰਦਾ ਹੈ, ਧਰਮ ਰਾਜਾ ਸਜ਼ਾ ਦਿੰਦਾ ਹੈ, ਫਿਰ ਅੱਗੇ ਜਾ ਕੇ ਮੋਹ ਕਰਨ ਲੱਗ ਪੈਂਦਾ ਹੈ, ਮਾਇਆ ਦੇ ਵਿੱਚ ਲੱਗ ਜਾਂਦਾ ਹੈ, ਫਿਰ ਉਸ ਤੋਂ ਬਾਅਦ ਮਰਦਾ ਹੈ, ਫਿਰ ਧਰਮ ਰਾਜ ਕੋ ਸਜ਼ਾਵਾਂ ਪ੍ਰਾਪਤ ਕਰਕੇ ਫਿਰ ਜਨਮ ਲੈ ਲੈਂਦਾ। ਮਾਰੇ ਕਹਿੰਦੇ ਉਦੋਂ ਤੱਕ ਧਰਮ ਰਾਜ ਨੂੰ ਸਜ਼ਾਵਾਂ ਹੀ ਦਿੰਦਾ ਰਹਿੰਦਾ। ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ। ਮਾਰੇ ਕਹਿੰਦੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਭਾਈ ਮਨੁੱਖ ਦੇ ਬੰਧਨ ਟੁੱਟਦੇ ਆ। ਜਦੋਂ ਪ੍ਰਭੂ ਕਿਰਪਾ ਕਰੇ, ਜਦੋਂ ਪਰਮੇਸ਼ਰ ਮਿਹਰ ਕਰੇ, ਫਿਰ ਇਹ ਜਨਮ ਮਰਨ ਦੇ ਜੰਜਾਲ ਟੁੱਟ ਜਾਂਦੇ ਆ, ਜਨਮ ਮਰਨ ਦੇ ਬੰਧਨ ਟੁੱਟ ਜਾਂਦੇ ਆ। ਸਤਿਗੁਰੂ ਕਥਨ ਕਰਦੇ ਕਹਿੰਦੇ ਆ ਕਿ ਗੁਰ ਪ੍ਰਸਾਦ ਨਾਨਕ ਹਾਂ ਛੁੱਟੇ। ਮਾਰੇ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਭਲਿਆ ਤੇਰੀ ਹਉਮੈ ਛੁੱਟ ਜਾਣੀ ਆ, ਹਉਮੈ ਤੇਰੀ ਖਤਮ ਉਦੋਂ ਹੋਣੀ ਆ ਜਦੋਂ ਤੂੰ ਗੁਰੂ ਦੀ ਬਾਣੀ ਧਾਰਨ ਕਰੇਗਾ, ਜਦੋਂ ਤੂੰ ਸੁਖਮਨੀ ਸਾਹਿਬ ਪੜ੍ਹੇਗਾ, ਜਦੋਂ ਤੂੰ ਜਪਜੀ ਸਾਹਿਬ ਪੜ੍ਹੇਗਾ, ਜਦੋਂ ਤੂੰ ਨਿਤਨੇਮ ਕਰੇਗਾ, ਫਿਰ ਤੇਰੀ ਹਉਮੈ ਛੁੱਟਣੀ ਹੋ।
उदा तेरी हौमे नहीं कभी भी खत्म होनी, उन्ना चिर तू इस तरह ही भटकता रहना है, उन्ना चिर तू धर्मराज के कोलों इस तरह कुट्टी खाते रहना है, उन्ना चिर उन्हें तेन खुआर ही करते रहना, वार वार जमदा तो मरदा रहना, जिन्ना चिर तेरा हंकार नहीं, जिन्ना तेरी तेरी हौमे नहीं खत्म होंगी, उन्ना चिर तेरा यही हालत होनी है। सो साध संगत इन्हां 4 पदियां के अंदर भी महाराज ने यही दसिया कि भाई सुखी वो बसते हैं ਜਿਹੜੇ मस्कीन हो जाते हैं, ਜਿਹੜੇ निमर भाव ਦੇ ਵਿੱਚ ਲੈ ਆਉਂਦੇ ਆ ਆਪਣੇ ਆਪ ਨੂੰ। ਸੁਖੀ ਵਸਿਆ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਹੰਕਾਰੀਆ ਨਾਨਕ ਗਰਭ ਕਰੇ। ਤੇ ਜਿਹੜੇ ਵੱਡੇ ਵੱਡੇ ਉਹ ਹੰਕਾਰ ਦੇ ਵਿੱਚ ਹੀ ਗਲ ਜਾਂਦੇ ਆ, ਖਤਮ ਹੋ ਜਾਂਦੇ ਆ। ਉਹ ਕਿਵੇਂ ਗਲਦੇ ਆ, ਉਹ ਮਹਾਰਾਜ ਨੇ ਇਹਨਾਂ 4 ਪਦਿਆਂ 'ਚ ਦੱਸ ਹੀ ਦਿੱਤਾ ਕਿ ਕਿਹੜਾ ਕਿਹੜਾ ਹੰਕਾਰ ਮਨੁੱਖ ਨੂੰ ਲੱਗਾ ਤੇ ਕਿਵੇਂ ਉਹ ਇਸ ਹੰਕਾਰ ਦੇ ਵਿੱਚ ਗਲਦੇ ਆ ਤੇ ਕਿਵੇਂ ਕਿਵੇਂ ਗਲਦੇ। ਉਹ ਮਹਾਰਾਜ ਨੇ ਦੱਸਿਆ ਇਹਨਾਂ 4 ਪਦਿਆਂ ਦੇ ਅੰਦਰ। ਬਾਕੀ ਪਦੇ ਆਪਾਂ ਕੱਲ ਨੂੰ ਵਿਚਾਰਾਂਗੇ, ਕੀ ਸਤਿਗੁਰੂ ਅੱਗੇ ਬਖਸ਼ਿਸ਼ ਕਰਨਗੇ ਆਪਾਂ ਕੱਲ ਨੂੰ ਵਿਚਾਰਾਂਗੇ। ਸੋ ਆਪ ਜੀ ਨੇ ਜੇ ਕੁਝ ਪੁੱਛਣਾ ਹੈ ਤੇ ਆਪਣਾ ਮਾਈਕ ਆਨ ਕਰਕੇ ਆਪ ਜੀ ਪੁੱਛ ਸਕਦੇ ਹੋ, ਫਿਰ ਆਪਾਂ ਸਮਾਪਤੀ ਕਰੀਏ। ਹਾਂਜੀ ਵਾਹਿਗੁਰੂ। ਵਾਹਿਗੁਰੂ। ठीक है साध संगत जी, आप सब संगत का बहुत बहुत धन्यवाद। इस तरह आप जी ने जुड़ते रहना। होइयां भुल्लां चुक्कां दी खिमा सतगुरु संगत बख्शना आ रहा। बुलाओ फतेह। वाहिगुरू जी का खालसा।